ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 20 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ। ਅਤੇ ਵੀਰਵਾਰ ਨੂੰ ਜਿਹੜਾ ਅੱਜ ਦਾ ਆਪਣਾ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਹੁੰਦਾ ਆ, ਸੋ ਉਸ ਦੇ ਬਾਰੇ ਜਿਹੜੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਜਿਹੜੀ ਆ ਹੈਲਥ ਇੰਸ਼ੋਰੈਂਸ ਇਸ ਸਾਲ ਦੇ ਵਿੱਚ ਲੈਣ ਦੇ ਲਈ ਜਿਹੜੀ ਡੇਟ ਆ ਉਸ ਨੂੰ ਅੱਗੇ ਕਰ ਦਿੱਤਾ ਗਿਆ ਆ। ਸੋ ਜਿਨ੍ਹਾਂ ਨੇ ਅਜੇ ਵੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਤਹਿਤ ਨਹੀਂ ਲਈ, ਉਹ ਹੁਣ ਜਿਹੜੀ ਆ ਹੈਲਥ ਇੰਸ਼ੋਰੈਂਸ ਲੈ ਸਕਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਟਰੱਕਿੰਗ ਤੋਂ ਪਹਿਲਾਂ ਕੁਝ ਜਿਹੜੀਆਂ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸਭ ਤੋਂ ਪਹਿਲਾਂ ਖਬਰ ਜਿਹੜੀ ਆ ਜਰਮਨ ਤੋਂ ਆ ਰਹੀ। ਜਰਮਨ ਦੇ ਵਿੱਚ ਇੱਕ ਫਾਰ ਰਾਈਟ ਦਾ ਜਿਹੜਾ ਬੰਦਾ ਆ, ਉਸ ਨੇ ਸ਼ੂਟਿੰਗ ਕੀਤੀ, ਜਿਹਦੇ ਨਾਲ 9 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਬਾਹਰਲੇ ਜਿੰਨੇ ਵੀ ਮੁਲਕ ਹੈਗੇ ਉਹਨਾਂ ਦੇ ਵਿੱਚ ਐਂਟੀ ਇਮੀਗਰੈਂਟ ਵੇਵ ਜਿਹੜੀ ਆ ਉਹ ਕਾਫੀ ਚੱਲ ਰਹੀ ਆ। ਸੋ ਇਸ ਨੇ ਵੀ ਜਿਹੜੇ ਇਮੀਗਰੈਂਟ ਲੋਕ ਆ ਉਹਨਾਂ ਨੂੰ ਟਾਰਗੇਟ ਕੀਤਾ। ਇੱਕ ਜਿਹੜਾ ਹੁੱਕਾ ਬਾਰ ਸੀ ਉਹਦੇ ਵਿੱਚ ਜਰਮਨ ਦੇ ਵਿੱਚ ਕਹਿੰਦੇ ਵੀ ਪਿਛਲੇ ਦਹਾਕੇ ਦੇ ਵਿੱਚ 10,105 ਜਿਹੜੇ ਵਾਇਲੈਂਟ ਕ੍ਰਾਈਮ ਹੋਏ ਹੈਗੇ ਆ। 83 ਮਰਡਰ ਹੋ ਚੁੱਕੇ ਆ 1990 ਤੋਂ ਲੈ ਕੇ ਹੁਣ ਤੱਕ। ਅਤੇ ਜਰਮਨ ਦੀ ਸਰਕਾਰ ਨੇ 12,000 ਦੇ ਕਰੀਬ ਜਿਹੜੇ ਆ ਇਹ ਫਾਰ ਰਾਈਟ ਐਕਸਟਰੀਮਿਸਟ ਜਿਹੜੇ ਆ ਉਹਨਾਂ ਨੂੰ ਉਹਨਾਂ ਦੇ ਨਾਮ ਲਿਖ ਰੱਖੇ ਹੈਗੇ ਆ। ਅਤੇ ਕਹਿੰਦੇ ਭਈ ਇਹ ਜਿਹੜੇ ਜਿੰਨੇ ਵੀ ਐਕਸਟਰੀਮਿਸਟ ਗਰੁੱਪ ਆ, ਇਹਨਾਂ ਦਾ ਟਾਰਗੇਟ ਪੋਲੀਟੀਸ਼ੀਅਨ ਨੂੰ ਅਟੈਕ ਕਰਨਾ, ਜਿਹੜੇ ਲੋਕ ਅਸਾਈਲਮ ਲੈਂਦੇ ਆ ਜਰਮਨ 'ਚ ਉਹਨਾਂ ਨੂੰ, ਅਤੇ ਮੁਸਲਮਾਨ ਲੋਕਾਂ ਨੂੰ। ਬਿਲਕੁਲ, ਜਿਸ ਤਰੀਕੇ ਦੇ ਨਾਲ ਆਪਾਂ ਟੈਕਸਸ ਦੇ ਵਿੱਚ ਇੱਕ ਐਂਟੀ ਇਮੀਗਰੈਂਟ ਸ਼ੂਟਿੰਗ ਦੇਖੀ ਸੀ, ਜਿਸ ਦੇ ਵਿੱਚ 20 ਤੋਂ ਵੱਧ ਲੋਕਾਂ ਦੇ ਉੱਤੇ ਜਿਹੜੀਆਂ ਗੋਲੀਆਂ ਉਦੋਂ ਚਲਾਈਆਂ ਗਈਆਂ ਸੀ, ਉਸੇ ਹੀ ਤਰਜ਼ ਦੇ ਉੱਤੇ ਜਿਹੜੇ ਇਮੀਗਰੈਂਟਸ ਦੇ ਖਿਲਾਫ ਜਿਹੜਾ ਜਰਮਨੀ ਦੇ ਵਿੱਚ ਇਹ ਹਮਲਾ ਆ ਉਹ ਦੇਖਿਆ ਗਿਆ ਆ। ਪਹਿਲੇ ਹਰਜੋਤ ਸਿੰਘ ਜੀ, ਯੂਰਪ ਦੇ ਕਈ ਮੁਲਕ ਨਹੀਂ, ਇੱਥੇ ਅਮਰੀਕਾ ਵਿੱਚ ਵੀ ਜਿਹੜਾ ਇੱਦਾਂ ਦਾ ਬਹੁਤ ਜ਼ਿਆਦਾ ਮਾਹੌਲ ਆ ਉਹ ਖ਼ਰਾਬ ਹੋਇਆ ਪਿਆ ਆ। FBI ਅਤੇ ਹੋਰ ਜਿਹੜੇ ਆંકੜੇ ਆ ਇਹ ਦਿਖਾ ਰਹੇ ਨੇ ਵੀ ਹੇਟ ਕ੍ਰਾਈਮ ਦੇ ਵਿੱਚ ਅਤੇ ਇੱਦਾਂ ਦੀ ਮਾਈਨੋਰਟੀਜ਼ ਦੇ ਖਿਲਾਫ ਜਿਹੜੇ ਹਮਲਿਆਂ ਦੇ ਵਿੱਚ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਵਾਧਾ ਆ ਉਹ ਦੇਖਿਆ ਗਿਆ ਹੋਇਆ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ੍ਹ ਜਿਹੜਾ ਨਵਾਡਾ ਕਾਕਸ ਤੋਂ ਪਹਿਲਾਂ ਇੱਕ ਜਿਹੜਾ ਡੈਮੋਕ੍ਰੇਟ ਡਿਬੇਟ ਉਹ ਦੇਖਿਆ ਗਿਆ, ਜਿਸ ਦੇ ਵਿੱਚ ਪਹਿਲੀ ਵਾਰੀ ਬਿਲੀਅਨੇਅਰ ਮੇਅਰ, ਸਾਬਕਾ ਮੇਅਰ ਜਿਹੜੇ ਹੈਗੇ ਨੇ ਬਲੂਮਬਰਗ, ਉਹਨਾਂ ਨੂੰ ਦੇਖਿਆ ਗਿਆ। ਅਤੇ ਕਹਿੰਦੇ ਵੀ ਬਲੂਮਬਰਗ ਦੇ ਕੋਈ ਬਹੁਤਾ ਜਿਹੜਾ ਇਹ ਡਿਬੇਟ ਕੰਮ ਨਹੀਂ ਆਇਆ। ਸਾਰਿਆਂ ਨੇ ਉਸ ਦੇ ਉੱਤੇ ਜਿਹੜੇ ਤਿੱਖੇ ਹਮਲੇ ਕੀਤੇ, ਜਿਸ ਦੇ ਵਿੱਚ ਮੇਜਰ ਜਿਹੜੇ ਕਹਿ ਲਓ ਵੀ ਮੁੱਖ ਹਮਲੇ ਜਿਹੜੇ ਐਲਿਜ਼ਾਬੈਥ ਵਾਰਨ ਆ ਉਹਨਾਂ ਦੇ ਦੁਆਰਾ ਜਿਹੜੇ ਉਹ ਕੀਤੇ ਗਏ। ਉਹਨਾਂ ਦੇ ਉੱਤੇ ਜਿਹੜੇ ਸਵਾਲ ਵੱਖ-ਵੱਖ ਨਾਨ ਡਿਸਕਲੋਜ਼ਰ ਐਗਰੀਮੈਂਟ, ਜਿਹੜੀਆਂ ਔਰਤਾਂ ਉਹਨਾਂ ਦੇ ਮਹਿਕਮੇ ਦੇ ਉਹਨਾਂ ਦੇ ਵਿੱਚ ਨਾਲ ਕੰਮ ਕਰਦੀਆਂ ਰਹੀਆਂ ਆਫਿਸ ਦੇ ਵਿੱਚ, ਉਹਨਾਂ ਨੂੰ ਲੈ ਕੇ ਆਪਣੀ ਜਿਹੜੀ ਟੈਕਸ ਇਨਫੋਰਮੇਸ਼ਨ ਸਾਰਿਆਂ ਦੇ ਨਾਲ ਜਿਹੜੀ ਉਹ ਨਾ ਸਾਂਝੀ ਕਰਨ ਕਰਕੇ, ਅਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਉੱਤੇ ਜਿਹੜੇ ਹਮਲੇ ਹੁੰਦੇ ਰਹੇ। ਸੋ ਇੱਥੋਂ ਤੱਕ ਵੀ ਐਲਿਜ਼ਾਬੈਥ ਵਾਰਨ ਨੇ ਜਿਹੜਾ ਉਹ ਆਖਿਆ ਵੀ ਜੇ ਮਾਈਕ ਬਲੂਮਬਰਗ ਡੈਮੋਕ੍ਰੇਟ ਕੈਂਡੀਡੇਟ ਬਣਦਾ ਆ ਅਤੇ ਡੈਮੋਕ੍ਰੇਟਸ ਦੇ ਲਈ ਇੱਕ ਖਤਰੇ ਵਾਲੀ ਜਾਂ ਇੱਕ ਮਾੜੀ ਗੱਲ ਜਿਹੜੀ ਉਹ ਹੋ ਸਕਦੀ ਆ। ਸੋ ਓਵਰਆਲ ਕੱਲ੍ਹ ਦੇ ਜਿਹੜੇ ਡਿਬੇਟ ਦੇ ਵਿੱਚ ਜਿਹੜੇ ਮੇਜਰ ਵਿਨਰਸ ਵੱਖ-ਵੱਖ ਜਿਹੜੇ ਲੋਕਾਂ ਦੇ ਦੁਆਰਾ ਜਿਹੜੇ ਵੱਖ-ਵੱਖ ਐਨਾਲਿਸਿਸ ਦੇ ਵਿੱਚ ਦੁਆਰਾ ਆਖੇ ਜਾ ਰਹੇ ਆ, ਐਲਿਜ਼ਾਬੈਥ ਵਾਰਨ ਅਤੇ ਬਰਨੀ ਸੈਂਡਰਸ ਜਿਹੜੇ ਆ ਉਹ ਮੇਜਰ ਵਿਨਰਸ ਦੇ ਵੱਲੋਂ ਦੇਖੇ ਗਏ ਆ। ਜੋ ਬਾਈਡਨ ਦਾ ਜ਼ਿਕਰ ਜਿਹੜਾ ਆ ਖਬਰਾਂ ਦੇ ਵਿੱਚ ਬਹੁਤ ਹੀ ਜਿਹੜਾ ਉਹ ਘੱਟ ਰਿਹਾ। ਐਮੀ ਕੋਲਬਚਰ ਅਤੇ ਜਿਹੜਾ ਪੀਟ ਬੁਟੀਜੇਗ ਹੈਗਾ ਆ,
ਉਹਨਾਂ ਨੂੰ ਵੀ ਜਿਹੜਾ ਲੂਜ਼ਰਸ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਆ। ਸੋ ਆ ਰਹੀ ਸ਼ਨੀਚਰਵਾਰ ਨੂੰ, ਪਰਸੋਂ ਨੂੰ ਜਿਹੜਾ ਨੇਵਾਡਾ ਦੇ ਵਿੱਚ ਜਿਹੜਾ ਕੌਕਸ ਹੋਣ ਜਾ ਰਿਹਾ ਹੈ। ਸੋ ਉੱਥੇ ਦੇਖਦੇ ਹਾਂ ਵੀ ਸਾਰਿਆਂ ਦਾ ਪ੍ਰਦਰਸ਼ਨ ਕਿਸ ਤਰੀਕੇ ਦਾ ਰਹੇਗਾ। ਸੋ ਬਿਲਕੁਲ ਮੇਨ ਫੋਕਸ ਉਹਨਾਂ ਨੇ ਮੈਡੀਕੇਅਰ ਤੇ ਹੀ ਜ਼ਿਆਦਾ ਰੱਖਿਆ, ਜਦੋਂ ਕਿ ਕਹਿੰਦੇ ਵੀ ਹੋਰ ਬਹੁਤ ਸਾਰੇ ਇਸ਼ੂਜ਼ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਹੈਗਾ ਆ, ਉਹਦੇ ਤੇ ਡਿਸਕਸ਼ਨ ਨਹੀਂ ਹੋਈ। ਅਗਲੀਆਂ ਖਬਰਾਂ ਵੱਲ ਚੱਲੀਏ, ਜਿਹੜੀ ਸਾਊਥ ਕੋਰੀਆ ਤੋਂ ਆ ਰਹੀ। ਸਾਊਥ ਕੋਰੀਆ ਦੀ ਇੱਕ ਸ਼ਹਿਰ ਜਿਹੜਾ ਆ ਉਹ ਹੁਣ ਹਾਈ ਅਲਰਟ ਤੇ ਹੋ ਗਿਆ, ਕਿਉਂਕਿ ਉੱਥੇ ਕਰੋਨਾ ਵਾਇਰਸ ਦੇ 31 ਕੇਸ ਜਿਹੜੇ ਲੱਭੇ ਗਏ ਹੈਗੇ ਆ। ਇੱਕ ਕਹਿੰਦੇ 61 ਸਾਲਾਂ ਦੀ ਜਿਹੜੀ ਬਜ਼ੁਰਗ ਬੀਬੀ ਆ, ਉਸ ਨੇ 31 ਲੋਕਾਂ ਦੇ ਕਰੀਬ ਜਿਹੜੇ ਇਹ ਲੋਕ ਆ ਉਹਦੇ ਕਰਕੇ ਜਿਹੜੇ ਇਨਫੈਕਟ ਹੋਏ ਆ, ਇਹ ਚਰਚ ਦੇ ਵਿੱਚ ਹੋਏ ਆ। ਅਤੇ ਉਹ ਕਹਿੰਦੇ ਵੀ ਇਹ ਤੋਂ ਬਾਅਦ ਲੋਕ ਇੰਨੇ ਡਰ ਗਏ ਵੀ 2.5 ਮਿਲੀਅਨ ਲੋਕਾਂ ਦੇ ਪਾਪੂਲੇਸ਼ਨ ਵਾਲਾ ਇਹ ਸ਼ਹਿਰ ਇੱਕ ਤਰ੍ਹਾਂ ਨਾਲ ਗੋਸਟ ਟਾਊਨ ਹੀ ਬਣ ਗਿਆ। ਕੱਲ੍ਹ ਵੀ ਰਾਜਗਨਵੀਰ ਸਿੰਘ ਜੀ, ਸਾਨੂੰ ਕਿਸੇ ਦੀ ਕਾਲ ਆਈ ਸੀ ਵੀ ਅਸੀਂ ਸਿਓਲ ਵੱਲ ਦੀ ਜਾਣਾ ਚਾਹੁੰਦੇ ਹਾਂ ਬਾਈ ਏਅਰ। ਸੋ ਪਲੀਜ਼ ਹੁਣ ਉੱਧਰੋਂ ਵੀ ਤੁਸੀਂ ਧਿਆਨ ਹੀ ਰੱਖੋ, ਕਿਉਂਕਿ ਸਾਊਥ ਕੋਰੀਆ 'ਚ ਵੀ ਇਹ ਕੇਸ ਲੱਭੇ ਹੈਗੇ ਆ। ਸੋ ਮੇਕ ਸ਼ੋਰ ਕਰੋ ਤੁਸੀਂ ਜਿਸ ਰਸਤੇ ਥਾਣੀ ਆ ਰਹੇ ਆ ਵੀ ਤੁਹਾਨੂੰ ਆ ਕੇ US ਦੇ ਵਿੱਚ ਇਮੀਗ੍ਰੇਸ਼ਨ ਵਾਲੇ ਜਾਂ ਉਹ ਅਥਾਰਟੀਜ਼ ਨਾ ਤੰਗ ਕਰਨ। ਸੋ ਉਹੀ ਰਸਤਾ ਜਿਹੜਾ ਰੂਟ ਯੂਜ਼ ਕਰੋ ਜੇ ਕਿਸੇ ਨੇ ਪੰਜਾਬ ਨੂੰ ਜਾਣਾ ਆ ਜੀ। ਸੋ ਕੁੱਲ ਜਿਹੜੇ ਉਸ ਮੁਲਕ ਦੇ ਵਿੱਚ 82 ਕੇਸ ਜਿਹੜੇ ਆ ਉਹ ਹੋ ਚੁੱਕੇ ਹੋਏ ਨੇ। ਅਤੇ ਬਾਕੀ ਜਿਹੜੀ ਆਪਾਂ ਟਰੱਕਿੰਗ ਦੀਆਂ ਖਬਰਾਂ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਮਾਰਾਂਗੇ, ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਆਪਾਂ ਬੇਨਤੀ ਕਰਦੇ ਜੇ ਤੁਹਾਡਾ ਵੀ ਟਰੱਕਿੰਗ ਦੇ ਨਾਲ ਕੋਈ ਸਵਾਲ ਹੈਗਾ ਆ ਅਤੇ ਉਹ ਤੁਸੀਂ ਜਿਹੜਾ ਉਹ ਸ਼ੇਅਰ ਕਰ ਸਕਦੇ ਹੋ, ਉਹ ਸਵਾਲ ਤੁਸੀਂ ਪੁੱਛ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਕਾਲ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਕੋਈ ਆਪਣੇ ਤੁਸੀਂ ਟਰੱਕਿੰਗ ਦੇ ਨਾਲ ਸੰਬੰਧਿਤ ਕੋਈ ਵਿਚਾਰ ਸਾਂਝੇ ਕਰਨੇ ਆ, ਕਿਸੇ ਚੀਜ਼ ਦੇ ਬਾਰੇ ਪੁੱਛਣਾ ਆ, ਕਿਸੇ ਚੀਜ਼ ਦੇ ਬਾਰੇ ਦੱਸਣਾ ਆ, ਤਾਂ ਉਹਦੇ ਬਾਰੇ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਆ ਹੁਣ ਸਾਂਝੇ ਕਰ ਸਕਦੇ ਹੈਗੇ ਆ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ, ਇੱਕ ਆਪਾਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਹੜੀ ਖਬਰ ਉਹ ਵੀ ਜਿਹੜੀ ਸਾਂਝੀ ਕਰਦੇ ਜਾਈਏ। ਮੈਕਫਾਰਲੈਂਡ ਜਿਹੜਾ ਕਾਫੀ ਇੱਕ ਕਹਿ ਲਓ ਵੀ ਇੱਕ ਇਮੀਗਰੈਂਟ ਸ਼ਹਿਰ ਜਿਹੜਾ ਉਸ ਨੂੰ ਪਿੰਡ ਜਾਂ ਸ਼ਹਿਰ ਜਿਹੜਾ ਉਹ ਮੰਨਿਆ ਜਾ ਸਕਦਾ ਆ। ਸੋ ਮੈਕਫਾਰਲੈਂਡ ਦੇ ਵਿੱਚ ਆਈਸ ਦੀ ਇੱਕ ਡਿਟੈਂਸ਼ਨ ਸੈਂਟਰ ਜਿਹੜਾ ਆ ਉਹ ਬਣਾਉਣ ਦੀਆਂ ਜਿਹੜੀਆਂ ਆ ਉਹ ਕੋਸ਼ਿਸ਼ਾਂ ਹੈਗੀਆਂ ਆ। ਇੱਕ ਪ੍ਰਾਈਵੇਟ ਪ੍ਰਿਜ਼ਨ ਕੰਪਨੀ ਜਿਹੜੀ ਮੈਕਫਾਰਲੈਂਡ ਬੇਕਰਸਫੀਲਡ ਦੇ ਨਜ਼ਦੀਕ ਜਿਹੜਾ ਇਹ ਸ਼ਹਿਰ ਹੈਗਾ ਆ, ਉੱਥੇ ਉਹ ਬਣਾਉਣਾ ਚਾਹੁੰਦੇ ਆ, ਜਿੱਥੇ ਥਾਊਜ਼ੈਂਡਸ ਆਫ ਅਨਡਾਕੂਮੈਂਟਡ ਜਿਹੜੇ ਲੋਕਾਂ ਨੂੰ ਉਹ ਰੱਖਣਾ ਚਾਹੁੰਦੇ ਆ। ਪਰ ਜਿਹੜਾ ਇਹ ਸ਼ਹਿਰ ਵਾਲੇ ਆ ਉਹ ਇਸ ਦੇ ਵਿੱਚ ਆਨਾਕਾਨੀ ਕਰ ਰਹੇ ਆ ਵੀ ਨਹੀਂ, ਤੁਸੀਂ ਸਾਡੇ ਸ਼ਹਿਰ ਦੇ ਵਿੱਚ ਅਨਡਾਕੂਮੈਂਟਡ ਜਿਹੜੇ ਲੋਕਾਂ ਨੂੰ ਰੱਖਣ ਦੇ ਲਈ ਡਿਟੈਂਸ਼ਨ ਸੈਂਟਰ ਆ ਉਹ ਨਹੀਂ ਬਣਾ ਸਕਦੇ। ਉੱਥੇ ਜਿਹੜੇ ਇਸ ਚੀਜ਼ ਦੇ ਖਿਲਾਫ ਜਿਹੜੇ ਪ੍ਰੋਟੈਸਟ ਵੀ ਜਿਹੜੇ ਉਹ ਦੇਖੇ ਗਏ ਹੈਗੇ ਨੇ। ਇਹ ਮੰਨਿਆ ਜਾਂਦਾ ਆ ਵੀ ਇਸ ਸ਼ਹਿਰ ਦੇ ਵਿੱਚ ਖੁਦ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੇ ਵਿੱਚ ਬਹੁਤਾਤ ਜਿਹੜੀ ਆ ਉਹ ਅਨਡਾਕੂਮੈਂਟਡ ਫਾਰਮ ਵਰਕਰਸ ਦੀ ਜਿਹੜੀ ਹੈਗੀ ਆ। ਅਤੇ ਕਹਿੰਦੇ ਵੀ ਜੇ ਡਿਟੈਂਸ਼ਨ ਸੈਂਟਰ ਉਹਨਾਂ ਦੇ ਸ਼ਹਿਰ ਦੇ ਵਿੱਚ ਜਿਹੜਾ ਉਹ ਆਉਂਦਾ ਆ ਤਾਂ ਉਹਨਾਂ ਲਈ ਓਵਰਆਲ ਜਿਹੜਾ ਬੜੇ ਇੱਕ ਖਤਰੇ ਵਾਲੀ ਗੱਲ ਜਿਹੜੀ ਆ ਉਹ ਬਣੇਗੀ। ਸੋ ਇਸ ਇੱਕ ਨਵਾਂ ਕਾਨੂੰਨ ਦੇ ਮੁਤਾਬਕ ਜਿਹੜੀਆਂ ਪ੍ਰਾਈਵੇਟ ਪ੍ਰਿਜ਼ਨਸ ਆ ਉਹਨਾਂ ਨੂੰ ਇਹ ਮੌਕਾ ਮਿਲ ਰਿਹਾ ਆ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਟੈਂਡਰ ਦਿੱਤੇ ਗਏ ਨੇ ਵੱਖ-ਵੱਖ ਥਾਵਾਂ ਦੇ ਉੱਤੇ ਡਿਟੈਂਸ਼ਨ ਸੈਂਟਰਸ ਜਿਹੜੇ ਉਹ ਬਣਾਉਣ ਦੇ ਲਈ, ਅਤੇ ਉਹਨਾਂ ਦੇ ਦੁਆਰਾ ਮੈਕਫਾਰਲੈਂਡ ਨੂੰ ਚੁਣਿਆ ਗਿਆ ਸੀ। ਅਤੇ ਜਿੱਥੇ ਇਸ ਟਾਈਮ ਉੱਥੋਂ ਦੇ ਲੋਕਾਂ ਦੇ ਦੁਆਰਾ ਜਿਹੜਾ ਉਸ ਦੇ ਖਿਲਾਫ ਰੋਸ ਜਿਹੜਾ ਉਹ ਦਿਖਾਇਆ ਜਾ ਰਿਹਾ ਹੈ ਜੀ। ਬਿਲਕੁਲ। ਸੋ ਇਹਨੂੰ ਦੇਖਦੇ ਹੋਏ ਮੈਕਫਾਰਲੈਂਡ ਦੇ ਜਿਹੜੀ ਪਲਾਨਿੰਗ ਕਮਿਸ਼ਨ ਆ ਉਹਨਾਂ ਨੇ ਤਾਂ ਇੱਕ ਜਿਹੜੀ ਉੱਥੇ ਪ੍ਰਿਜ਼ਨ ਹੈਗੀ ਜੇਲ੍ਹ ਜਿਹਨੂੰ ਆਈਸ ਦੇ ਵਿੱਚ ਕਨਵਰਟ ਕਰਨਾ ਹੈਗਾ ਉਹਨੂੰ ਨਾ ਕੀਤੀ ਆ। ਅਤੇ ਪਰ ਮੈਕਫਾਰਲੈਂਡ ਦੇ ਮੇਅਰ ਜਿਹੜੇ ਹੈਗੇ ਆ ਮੈਨੂਅਲ ਕਾਂਟੋ, ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਹੈਗਾ। ਸੋ ਲੱਗਦਾ ਵੀ ਉਹਨਾਂ ਦਾ ਕੋਈ ਨਾ ਕੋਈ ਇਹਦੇ ਵਿੱਚ ਹੱਥ ਸੀਗਾ। ਸੋ ਲੋਕਾਂ ਦੇ ਵਿਰੋਧ ਤੋਂ ਬਾਅਦ ਫਿਰ ਹੁਣ ਉਹਨਾਂ ਨੇ ਆਪਣਾ ਰੈਜ਼ਿਗਨੇਸ਼ਨ ਦੇ ਦਿੱਤਾ ਹੈਗਾ ਜੀ। ਅਤੇ ਆਓ ਹੁਣ ਆਪਾਂ ਜਿਹੜੀਆਂ ਟਰੱਕਿੰਗ ਦੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਹੈ ਵਿਚਾਰ ਕਰਦੇ ਹਾਂ, ਗੱਲਬਾਤ ਜਿਹੜੀ ਕਰਦੇ ਹਾਂ, ਅਤੇ ਉਸ ਦੇ ਬਾਰੇ ਜਿਹੜਾ ਤੁਹਾਡਾ ਵੀ ਜੇ ਕੋਈ ਸਵਾਲ ਹੈਗਾ ਆ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਸੋ ਰਮਨ ਜੀ, ਆਪਾਂ ਜਿਹੜੀ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਨਾਲੇ ਕਾਲਰ ਨੇ ਜਿਹੜਾ ਕਿ ਸਵਾਲ ਜਿਹੜਾ ਹੈ ਟਰੱਕਿੰਗ ਦੇ ਬਾਰੇ ਪੁੱਛਣਾ ਚਾਹੁੰਦੇ, ਆਪਾਂ ਨਾਲੇ ਕਾਲ ਲੈ ਕੇ ਫਿਰ ਆਪਾਂ ਜਿਹੜੀਆਂ ਇੱਥੋਂ ਦੀਆਂ ਮੁੱਖ ਖਬਰਾਂ ਟਰੱਕਿੰਗ ਦੇ ਬਾਰੇ ਉਹਦੇ ਬਾਰੇ ਚਰਚਾ ਕਰਾਂਗੇ। ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਜਸਬੀਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪੁੱਛਣਾ ਸੀ ਜੀ, ਜਿੱਦਾਂ ਆਪਣਾ ਪ੍ਰੀ ਪਾਸ ਹੁੰਦਾ ਟਰੱਕ ਦੇ ਵਿੱਚ ਸਕੇਲ ਵਾਲਾ ਜੀ, ਤੇ ਜਦੋਂ ਕਈ ਵਾਰ ਸਕੇਲ ਬੰਦ ਹੁੰਦੀ ਹੈ ਤੇ ਉਹ ਰੈੱਡ ਲਾਈਟ ਕਰ ਦਿੰਦਾ, ਉਹਦੇ ਵਿੱਚ ਫਿਰ ਸਕੇਲ ਦੇ ਵਿੱਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਪਰ ਜੇ ਸਕੇਲ ਬੰਦ ਹੈਗੀ ਆ ਤੇ
ਕੋਈ ਐਸਾ ਰੀਜ਼ਨ ਨਹੀਂ ਹੈਗਾ ਕਿ ਜੇ ਸਕੇਲ ਬੰਦ ਹੈ ਤੁਸੀਂ ਉਹਦੇ ਵਿੱਚ ਜਾਣਾ ਹੀ ਜਾਣਾ ਹੈ। ਜੇ ਸਕੇਲ ਦੇ ਸਾਈਨ ਕਹਿੰਦੇ ਆ ਸਕੇਲ ਬੰਦ ਆ, ਤੇ ਕਈ ਵਾਰੀ ਏਦਾਂ ਹੁੰਦਾ ਕਿ ਜਿਹੜੇ ਸਕੇਲ ਦੇ ਵਿੱਚ EMPLOYEES ਹੁੰਦੇ ਆ ਉਹ ਜਿਹੜਾ ਪ੍ਰੀ ਪਾਸ ਦਾ ਸਵਿਚ ਹੈਗਾ ਉਹ ਟਰਨ ਆਫ ਕਰਨਾ ਭੁੱਲ ਜਾਂਦੇ ਆ ਜਾਂ ਕੋਈ ਨਾ ਕੋਈ ਭੁੱਲ ਗਿਆ। ਸੋ ਇਸ ਕਰਕੇ ਜਿਹੜਾ ਪ੍ਰੀ ਪਾਸ ਹੈਗਾ ਉਹ ਚੱਲਦਾ ਰਹਿ ਜਾਂਦਾ। ਇਹ ਚੀਜ਼ ਜਿਹੜੀ ਹੈ ਜਦੋਂ ਅਸੀਂ ਲਾਸਟ ਟਾਈਮ ਆਏ ਸੀਗੇ ਸਾਨੂੰ ਉਦੋਂ ਪਤਾ ਲੱਗਾ ਸੀਗਾ ਕਈ ਵਾਰੀ ਹੋ ਜਾਂਦਾ ਹੈ ਕਿ ਉਹਨਾਂ ਨੇ ਬੰਦ ਨਹੀਂ ਕੀਤਾ ਹੁੰਦਾ। ਪਰ ਜੇ ਸਕੇਲ ਦੇ ਕਲੋਜ਼ ਦੇ ਸਾਈਨ ਹੈਗੇ ਮੇਕ ਸ਼ੋਰ ਉਹਦੇ ਵਿੱਚ ਸਕੇਲ ਦੇ ਕਲੋਜ਼ ਦੇ ਸਾਈਨ ਹੋਣ। ਪਰ ਜੇ ਕਲੋਜ਼ ਵੀ ਹੈਗਾ ਤੁਸੀਂ ਸਵਿੰਗ ਥਰੂ ਕਰ ਸਕਦੇ ਵਿੱਚੋਂ ਲੰਘ ਸਕਦੇ ਆ। ਜੇ ਕਲੋਜ਼ ਹੀ ਆ ਤਾਂ ਫਿਰ ਕੋਈ ਰੌਲਾ ਨਹੀਂ ਹੈਗਾ। ਸੋ ਆਈ ਥਿੰਕ ਉਹਨੂੰ ਜਿਹੜਾ ਮਿਸ ਕਰਨਾ ਆ ਉਹਦੇ ਨਾਲੋਂ ਰਾਦਰ ਆਈ ਵਿਲ ਜਸਟ ਗੋ ਥਰੂ ਇਟ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਰਮਨ ਜੀ, ਸੋ ਹਰਜੋਤ ਸਿੰਘ ਜੀ, ਆਪਾਂ ਜਿਹੜਾ ਦੇਖ ਰਹੇ ਹਾਂ ਅਤੇ ਰਮਨ ਜੀ ਆਪਾਂ ਦੇਖ ਰਹੇ ਹਾਂ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਪਿਛਲਾ ਸਾਲ ਤਾਂ ਕਾਫੀ ਇੱਕ ਬਲੱਡ ਬਾਥ ਦੇ ਵਜੋਂ ਜਿਹੜਾ ਉਹ ਦੇਖਿਆ ਗਿਆ ਸੀਗਾ। ਸੋ ਕਿੱਦਾਂ ਦੇ ਇਸ ਟਾਈਮ ਹਾਲਾਤ ਨੇ? ਕੀ ਟਰੱਕਿੰਗ ਇੰਡਸਟਰੀ ਰਿਕਵਰੀ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ ਜਾਂ ਅਜੇ ਵੀ ਹਾਲਾਤ ਉੱਦਾਂ ਦੇ ਹੀ ਚੱਲ ਰਹੇ ਨੇ? ਦੇਖੋ ਆਸ ਤਾਂ ਬਹੁਤ ਜਾਰੀ ਆ ਕਿ ਇਸ ਵਾਰੀ ਜਿਹੜਾ ਸਿਸਟਮ ਹੈਗਾ ਇਸ ਵਾਰੀ ਜਿਹੜਾ ਸੈਟਅਪ ਹੈਗਾ ਉਹ ਘੁੰਮੂਗਾ, ਬਿਕੋਜ਼ ਇਨਫ ਟਾਈਮ ਹੋ ਗਿਆ। ਬਾਟਮ ਅਪ ਆਲਮੋਸਟ ਹੋ ਚੁੱਕਾ ਆ। ਸੋ ਆਹ ਸੀਜ਼ਨ ਜਿਹੜਾ ਆ ਕਿਉਂਕਿ ਇੱਕ ELD ਲੱਗਣ ਕਰਕੇ, ਇੱਕ ਥੋੜਾ ਜਿਹਾ ਜਿਹੜਾ ਡਰੱਗ ਐਂਡ ਅਲਕੋਹਲ ਹੋਣ ਕਰਕੇ, ਇੱਕ AB5 ਕਰਕੇ ਕਾਫੀ ਰੀਜ਼ਨਸ ਸੀਗੇ ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਸੀਗਾ ਕਿ ਉਹ ਡਰਾਈਵਿੰਗ ਫੈਕਟਰ ਹੈਗੇ, ਡਰਾਈਵਿੰਗ ਫੋਰਸ ਹੈਗੀ ਆ ਵੀ ਉਹਦੇ ਨਾਲ ਕਪੈਸਿਟੀ ਜਿਹੜੀ ਆ ਉਹ ਘਟੂਗੀ। ਤੇ ਜੇ ਕਪੈਸਿਟੀ ਘਟਦੀ ਆ ਤਾਂ ਡੈਫੀਨੇਟਲੀ ਜਿਹੜੇ ਰੇਟ ਆ ਉਹਨਾਂ ਤੇ ਫਰਕ ਪੈਂਦਾ ਆ। ਪਰ ਅਨਫੋਰਚੂਨੇਟਲੀ ਜਿਹੜੀ ਇੱਕ ਮਦਰ ਨੇਚਰ ਆ ਉਹਦਾ ਹੁਣ ਆ ਜਿਹੜਾ ਇੱਕ ਚਾਈਨਾ ਦਾ ਪ੍ਰੋਬਲਮ ਖੜੀ ਹੋਈ ਆ, ਇਹਦੇ ਕਰਕੇ ਜਿਹੜੀ ਚਾਈਨਾ ਤੋਂ ਜੋ ਵੀ ਸ਼ਿਪਮੈਂਟ ਆ ਰਹੀਆਂ ਆ ਜਾਂ ਆ ਰਹੀਆਂ ਸੀ ਕਾਫੀ ਜਿਹੜੀਆਂ ਇਸ ਵੇਲੇ ਜਿਹੜੀਆਂ ਪੈਸੇਂਜਰ ਫਲਾਈਟਸ ਹੈ ਟੋਟਲੀ ਸਾਰੀਆਂ ਟਰਨਡ ਆਫ ਹੈ ਚਾਈਨਾ ਤੋਂ। ਸੋ ਹਰ ਇੱਕ ਪੈਸੇਂਜਰ ਫਲਾਈਟ ਦੇ ਵਿੱਚ ਬਹੁਤ ਜ਼ਿਆਦਾ ਰੇਟ ਜਿਹੜਾ ਆਉਂਦਾ ਆਪਣਾ ਜਿਹੜਾ ਏਅਰਪੇਟ ਆ। ਕਾਰਗੋ ਫਲਾਈਟਸ ਜਿੱਦਾਂ ਕਿਤੇ ਚੱਲ ਰਹੀਆਂ ਮੇਰੇ ਕੋਲ ਥੋੜ੍ਹੀਆਂ ਬਹੁਤ ਆ ਜਿਹੜੇ ਸ਼ਿਪ ਆ ਰਹੇ ਆ। ਮੈਂ ਕੱਲ ਇਸ ਬਾਰੇ 'ਚ ਕਾਫੀ ਆਰਟੀਕਲ ਜਿਹੜੇ ਪੜ੍ਹੇ ਕਿ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਸ਼ਿਪਿੰਗ ਰੇਟਸ ਹੈਗੇ ਆ ਉਹ ਸਕਾਈ ਰਾਕਟਿੰਗ ਕਰ ਰਹੇ ਆ ਕਿਉਂਕਿ ਜਗ੍ਹਾ ਨਹੀਂ ਮਿਲ ਰਹੀ। ਔਰ ਲੋਕਾਂ ਦੇ ਜਿਹੜੇ ਦੇਖੋ ਇਹ ਇੱਕ ਵਿਸ਼ਾ ਬਹੁਤ ਵੱਡਾ ਆ, ਇਹਦੇ ਬਾਰੇ 'ਚ ਸੋਚਣ ਦੀ ਲੋੜ ਆ ਕਿ ਅਸੀਂ ਔਰ ਜਾਂ ਵਰਲਡ ਜਿਹੜਾ ਆ ਉਹ ਚਾਈਨਾ ਦੇ ਨਾਲ ਕਿੰਨਾ ਡਿਪੈਂਡੈਂਟ ਸੀਗਾ। ਕੱਲ ਮੈਂ ਪੜ੍ਹ ਰਿਹਾ ਸੀਗਾ ਕਿ ਨੀਸਾਨ ਦੀ ਜਿਹੜੀ ਫੈਕਟਰੀ ਹੈਗੀ ਆ ਉਹ ਕਈ ਜਗ੍ਹਾ ਤੇ ਜਿਹੜੀ ਜਾਪਾਨ ਦੇ ਵਿੱਚ ਹੈਗੀ ਆ ਉਹਨਾਂ ਨੇ ਸ਼ਟ ਡਾਊਨ ਕੀਤੀ ਹੋਈ ਆ ਬਿਕੋਜ਼ ਪਾਰਟਸ ਨਹੀਂ ਹੈਗੇ, ਪਾਰਟਸ ਚਾਈਨਾ ਤੋਂ ਆ ਰਹੇ ਆ। ਸੋ ਇੱਦਾਂ ਹੀ ਸਾਡੇ ਇੱਥੇ ਬਹੁਤ ਜਿਹੜੀਆਂ ਫੈਕਟਰੀਜ਼ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਕਿ ਇਹ ਸਿਚੁਏਸ਼ਨ ਬਣਦੀ ਜਾ ਰਹੀ ਹੌਲੀ ਹੌਲੀ ਕਿ ਪਾਰਟਸ ਜਿਹੜੇ ਡਿਲੇ ਹੋ ਰਹੇ ਆ। ਸੋ ਰਿਟਲ ਇਫੈਕਟ ਹੈਗਾ ਆ। ਸੋ ਟਰੱਕਿੰਗ ਦੇ ਉੱਤੇ ਡੈਫੀਨੇਟਲੀ ਜਿਹੜੀ ਆਸ ਸੀਗੀ ਕਿ ਐਰਕੀ ਟਰੱਕਿੰਗ ਇੰਡਸਟਰੀ ਥੋੜੀ ਵਧੀਆ ਰਹੂਗੀ ਜਾਂ ਥੋੜੀ ਚੰਗੀ ਚੱਲੂਗੀ। ਥੋੜਾ ਜਿਹਾ ਐਰਕੀ ਬਾਰਿਸ਼ਾਂ ਵੀ ਘੱਟ ਹੋਈਆਂ ਆਪਣੇ ਕੈਲੀਫੋਰਨੀਆ ਦੇ ਵਿੱਚ, ਸੋ ਇਸ ਕਰਕੇ ਵੀ ਜਿਹੜਾ ਪ੍ਰੋਡਿਊਸ ਤੇ ਵੀ ਫਰਕ ਪੈ ਜਾਂਦਾ ਆ। ਠੀਕ ਹੈ ਨਾ, ਹਰ ਇੱਕ ਚੀਜ਼ ਜਿਹੜੀ ਹੈ ਨਾ ਆਪਾਂ ਦੇਖੋ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਜਿੱਦਾਂ ਆਪਾਂ ਚਾਹੁੰਦੇ ਉਦਾਂ ਨਹੀਂ ਰਹਿੰਦੀ। ਜੇ ਆਪਾਂ ਪਿਛਲੇ ਸਾਲ ਬਰਸਾਤਾਂ ਚਾਹੁੰਦੇ ਸੀ ਤੇ ਜ਼ਿਆਦੀਆਂ ਹੋ ਗਈਆਂ ਹਨਾ, ਤੇ ਇਸ ਸਾਲ ਮਤਲਬ ਕਿ ਉਸ ਐਵਰੇਜ ਟਾਈਪ ਦੀ ਆਪਣੇ ਬਰਸਾਤ ਨਹੀਂ ਹੋਈ। ਸੋ ਪ੍ਰੋਡਿਊਸ ਤੇ ਵੀ ਜਿਹੜਾ ਆ ਅਸਰ ਹੁੰਦਾ ਆ ਇਹਦਾ। ਸੋ ਓਵਰਆਲ ਜਿਹੜਾ ਸੋਚਦੇ ਸੀਗੇ ਵੀ ਟਰੱਕਿੰਗ ਇੰਡਸਟਰੀ ਜਿਹੜੀ ਆ ਇਹ ਪੋਜ਼ੀਟਿਵ ਰਹੂਗੀ ਇਸ ਸਾਲ, ਵਧੀਆ ਰਹੂਗੀ ਇਸ ਸਾਲ, ਪਰ ਚਾਈਨਾ ਦੀ ਜਿਹੜੀ ਅਨਸਰਟਨਿਟੀ ਆ ਉਹਦੇ ਨਾਲ ਜਿਹੜਾ ਆ ਇਹਦੇ ਤੇ ਕਾਫੀ ਜਿਹੜਾ ਅਸਰ ਆ ਆਲਰੇਡੀ ਹੌਲੀ ਹੌਲੀ ਦਿਖਣਾ ਸ਼ੁਰੂ ਹੋ ਗਿਆ। ਕਿਉਂਕਿ ਜਿਹੜੇ ਵੀ ਲੋਕੀ ਪੋਰਟ ਤੇ ਕੰਮ ਕਰਦੇ ਆ, ਜਿਹੜੇ ਵੀ ਟਰੱਕਰ ਪੋਰਟ ਤੇ ਕੰਮ ਕਰਦੇ ਆ, ਜਦੋਂ ਪੋਰਟ ਤੇ ਕੰਮ ਨਹੀਂ ਹੋਏਗਾ ਜਾਂ ਸ਼ਿਪ ਨਹੀਂ ਆਏਗਾ ਜਾਂ ਕੁਛ ਉੱਤੇ ਹਲਚਲ ਨਹੀਂ ਹੋਏਗੀ ਤੇ ਡੈਫੀਨੇਟਲੀ ਉਹ ਦੂਜੇ ਕਿੱਤਿਆਂ ਨੂੰ, ਦੂਜੇ ਲੋਡ ਦਲ ਨੂੰ ਜਿਹੜੇ ਆ ਉਹ ਮਾਈਗ੍ਰੇਟ ਹੋਣੇ ਸ਼ੁਰੂ ਹੋ ਜਾਂਦੇ ਆ। ਉਹਦੇ ਨਾਲ ਫਿਰ ਜਿਹੜਾ ਦੂਸਰਾ ਕਿੱਤਾ ਹੁੰਦਾ ਜਿਹੜਾ ਰੈਗੂਲਰ ਚੱਲ ਰਿਹਾ ਉਹ ਇਫੈਕਟ ਹੋਣਾ ਸ਼ੁਰੂ ਹੋ ਜਾਂਦਾ। ਜੀ। ਸੋ ਬਿਲਕੁਲ ਜੇ ਦੱਸਦੇ ਜਾਈਏ ਕਹਿੰਦੇ ਵੀ 40% ਦੇ ਕਰੀਬ ਜਿਹੜੀ ਸ਼ਿਪਮੈਂਟ USA ਦੇ ਵਿੱਚ ਆਉਂਦੀ ਆ ਉਹ ਚਾਈਨਾ ਤੋਂ ਆਉਂਦੀ ਹੈਗੀ ਆ, ਅਤੇ 7% ਵੈਸਲ ਸੇਲਿੰਗ ਜਿਹੜੀ ਚਾਈਨਾ ਤੋਂ ਵੈਸਟ ਕੋਸਟ ਨੂੰ ਉਹ ਕਰੋਨਾ ਵਾਇਰਸ ਤੋਂ ਬਾਅਦ ਘਟੀ ਹੈਗੀ ਆ। ਪੂਰੇ ਕਹਿੰਦੇ ਵਰਲਡ ਦੇ ਵਿੱਚ 3 ਲੱਖ ਤੋਂ ਲੈ ਕੇ 3.5 ਲੱਖ ਤੱਕ ਦੇ ਜਿਹੜੇ 20 ਫੁੱਟਰ ਜਿਹੜੇ ਹੈਗੇ ਆ ਕੰਟੇਨਰਸ ਉਹ ਉਹਨਾਂ ਨੇ ਹੋਲਡ ਅਪ ਕੀਤੇ ਆ ਉੱਥੇ ਚਾਈਨਾ ਵਾਲਿਆਂ ਨੇ। ਯਾ ਦੈਟਸ ਅ ਲੋਟ। ਸੋ ਬੜਾ ਸਮਾਨ ਜਿਹੜਾ ਉਹ ਰੁਕਿਆ ਪਿਆ ਆ ਤੇ ਬਹੁਤ ਜ਼ਿਆਦਾ ਇਫੈਕਟ ਹੈਗਾ। ਆਪਾਂ ਸੋਚ ਨਹੀਂ ਰਹੇ, ਆਪਾਂ ਸਮਝ ਨਹੀਂ ਰਹੇ
ਪਰ ਬਿਲਕੁਲ ਇਹਦੇ ਨਾਲ ਬਹੁਤ ਜ਼ਿਆਦਾ ਰਿਟਲ ਇਫੈਕਟ ਪੈਣਾ, ਨਾਟ ਓਨਲੀ US ਨੂੰ, ਬਹੁਤ ਕੰਟਰੀਜ਼ ਨੂੰ ਇਹਦਾ ਫਰਕ ਪੈਣਾ ਆ ਜੀ। ਇਸ ਚੀਜ਼ ਦਾ। ਜੀ, ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਤੇ ਸਰੋਤਿਓ, ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈ 408 272 5200 4082725200। ਰਾਜੇਸ਼ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਬੜਾ ਮਾੜਾ ਟਰੈਕਿੰਗ ਦੇ ਵਿੱਚ ਟਾਈਮ ਚੱਲਦਾ ਪਿਆ ਹੈ ਤੇ ਜਿਹੜੀਆਂ ਲੋਕਲ ਕੰਪਨੀਆਂ ਹੈਗੀਆਂ, ਮੈਂ ਜਿਹੜਾ ਯੂਨੀਵਰਸਿਟੀ ਤੋਂ ਕੰਮ ਕਰਦਾ ਪਿਆ ਜੀ ਸੋ ਇੱਥੇ ਜਿੰਨੀਆਂ ਵੀ ਕੰਪਨੀਆਂ ਤੁਹਾਨੂੰ ਜੇ ਲੋਕਲ ਵੀ ਤੁਸੀਂ ਕੰਮ ਕਰਦੇ ਨਾ ਮਾਈਲਸ ਪੇ ਕਰਦੇ ਆ 50 ਸੈਂਟ 45 ਫਿਰ ਤੁਸੀਂ 15-16 ਘੰਟੇ ਲੱਗ ਜਾਂਦੇ ਕਈ ਵਾਰੀ ਤੇ ਐਂਡ ਆਫ ਦਾ ਡੇ $5 ਵੀ ਘੰਟੇ ਦੀ ਨਹੀਂ ਬੈਠਦੇ ਹੈਗੇ, ਸਿਰਫ 80-90 ਦਿਹਾੜੀ $1 ਬੰਦੇ ਦੀ ਦਿਹਾੜੀ ਬਣਦੀ ਹੈ। ਤੇ ਦੂਜੀ ਗੱਲ ਵੀ ਜਿਹੜਾ ਤੁਸੀਂ ਇੱਕ ਐਡਵਾਈਸ ਵੀ ਹੈ ਮੇਰੀ DOT ਨੂੰ ਤੁਹਾਡੀ ਆਵਾਜ਼ ਤੋਂ ਤੱਕ ਕਰਦੀ ਤੇ ਵੀ ਜਿਹੜੀ ਤੁਸੀਂ ਇਹ ਕਹਿੰਦੇ ਨਾ ਵੀ ਖਾਲੀ ਸਲੀਪ ਕਰਕੇ ਐਪਰੋਪ੍ਰੀਏਟ ਆਨਸਰ ਆ ਜਿਹੜੇ ਮਾਈਲਸ ਪੇ ਕਰਦੇ ਇਹ ਵੀ ਕੈਲਕੂਲੇਟ ਦਾ ਬਹੁਤ ਵੱਡਾ ਰੀਜ਼ਨ ਹੈ। ਲੋਕ ਜ਼ਿਆਦਾ ਤੋਂ ਜ਼ਿਆਦਾ ਮਾਈਲ ਕੱਢਣ ਦੇ ਚੱਕਰ 'ਚ ਬਹੁਤ ਤੇਜ਼ ਟਰੱਕ ਚਲਾਉਂਦੇ। ਸੋ ਜੇ ਆਵਰਲੀ ਵੇਜਸ ਫਿਕਸ ਕਰ ਦਿੱਤੀਆਂ ਜਾਣ, ਮੇਰੀ ਤਾਂ DOT ਤੱਕ ਪਹੁੰਚ ਨਹੀਂ ਹੈ ਤੇ ਆ ਬਹੁਤ ਜ਼ਿਆਦਾ ਐਕਸੀਡੈਂਟ ਹਾਲੇ ਵੀ ਲੋਕ ਤੇਜ਼ ਚੱਲਦੇ ਬਿਕੋਜ਼ ਮਾਈਲਸ ਪੇ। ਜਿੱਦਾਂ ਬਾਕੀ ਜੋ ਆਵਰਲੀ ਹੈ ਇਹਨਾਂ ਨੂੰ ਵੀ ਆਵਰਲੀ ਪੇ ਕਰਨਾ ਚਾਹੀਦਾ। ਆ ਇੱਕ ਬਹੁਤ ਵੱਡਾ ਇਸ਼ੂ ਹੈ ਮੇਰੇ ਹਿਸਾਬ ਨਾਲ। ਥੈਂਕ ਯੂ ਜੀ। ਥੈਂਕ ਯੂ ਰਾਜੇਸ਼ ਜੀ। ਬਿਲਕੁਲ ਜੀ, ਇਹ ਤੁਹਾਡੀ ਗੱਲ ਸਹੀ ਆ ਕਿ ਥੋੜੀ ਜਿਹੀ ਇਨਇਕੁਐਲਿਟੀ ਹੈਗੀ ਆ, ਬਟ ਹੁਣ ਫੋਰਚੂਨੇਟਲੀ ਜਿਹੜੀ ELD ਹੈਗੀ ਆ, ELD ਦੇ ਤਹਿਤ ਤੁਸੀਂ ਚੱਲ ਰਹੇ ਹੈਗੇ ਆ ਇਸ ਵੇਲੇ, ਤੇ ਜਿਹੜੀ ਮਾਈਲਸ ਹੈਗੇ ਆ, ਮਾਈਲਸ ਯੂ ਡਰਾਈਵ, ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਸਪੀਡ ਹੈਗੀ ਆ, ਈਵਨ ਕਿ ਤੁਹਾਡੀ ਇਨਸਪੈਕਸ਼ਨ ਹੁੰਦੀ ਅੱਗੇ ਜਾ ਕੇ, ਤੇ ਇਨਸਪੈਕਸ਼ਨ ਦੇ ਵਿੱਚ ਜੇ ਪਾਇਆ ਜਾਂਦਾ ਕਿ ਤੁਸੀਂ ਸਪੀਡਿੰਗ ਕੀਤੀ ਹੈਗੀ ਆ ਪਿੱਛੇ, ਤੇ ਉਹ ਕਿਉਂਕਿ ਤੁਹਾਡੇ ਮਾਈਲ ਤੇ ਤੁਹਾਡੇ ਉਹ ਸਾਰਾ ਕੁਝ, ਕਿਉਂਕਿ ਹੁਣ ਤਾਂ ਕੈਲਕੂਲੇਟਡ ਆ, ਅੱਗੇ ਤਾਂ ਇਹ ਹੁੰਦਾ ਸੀ ਨਾ ਕਿ ਤਾਂ ਬਾਈ ਹੈਂਡ ਸੀਗਾ, ਹੁਣ ਤਾਂ ਐਵਰੀਥਿੰਗ ਕੈਲਕੂਲੇਟਡ ਬਾਈ ਕੰਪਿਊਟਰ ਆ। ਸੋ ਵਿਦਨ ਅ ਸੈਕਿੰਡ ਦੇ ਕੈਨ ਫਾਈਂਡ ਆਊਟ ਕਿ ਤੁਹਾਡੇ ਜਿਹੜੇ ਆ ਤੁਸੀਂ ਸਪੀਡਿੰਗ ਕੀਤੀ ਹੈਗੀ ਆ, ਤੇ ਦੇ ਕੈਨ ਰਾਈਟ ਅਪ ਯੂਰ ਟਿਕਟ। ਸੋ ਇਹ ਮੇਕ ਸ਼ੋਰ ਕਿ ਜਿਹੜੇ ਟਰੱਕਰਸ ਸੁਣਦੇ ਹੈਗੇ ਆ, ਜੇ ਤੁਸੀਂ ਜਿਹੜੀ ਤੁਹਾਡੀ ਕੋਸਟਡ ਸਪੀਡ ਹੈਗੀ ਆ, ਜੇ ਤੁਹਾਡੀ ਐਵਰੇਜ ਸਪੀਡ ਹੈਗੀ ਆ, ਤੁਸੀਂ ਉਸ ਤੋਂ ਵੱਧ ਆਉਣੇ ਆ ਤਾਂ ਸਕੇਲ ਇੰਸਪੈਕਸ਼ਨ ਤੇ ਈਵਨ ਪੇਪਰ ਲੌਗ ਤੇ ਵੀ ਪਹਿਲਾਂ ਇਹ ਟਿਕਟਸ ਮਿਲ ਜਾਂਦੀਆਂ ਸੀਗੀਆਂ, ਮੈਨੂੰ ਖੁਦ ਨੂੰ ਮਿਲੀ ਆ। ਸੋ ਜੇ ਪੇਪਰ ਲੌਗ ਤੇ ਉਹ ਦੇਖ ਕੇ ਦੇ ਸਕਦੇ ਟਿਕਟ, ਤਾਂ ਜਿਹੜੀ ELD ਆ ਉੱਤੇ ਵੀ ਡੈਫੀਨੇਟਲੀ ਉਹ ਟਿਕਟ ਇਸ਼ੂ ਕਰਨਗੇ। ਔਰ ਜਿਹੜਾ ਚੱਕਰ ਹੈਗਾ ਕਿ ਕੈਲੀਫੋਰਨੀਆ ਦੇ ਵਿੱਚ ਸਪੈਸੀਫਿਕਲੀ ਜੇ ਤੁਸੀਂ ਟਰੱਕ ਚਲਾਉਂਦੇ ਹੈਗੇ ਆ, ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਲਾਅ ਹੈਗਾ ਕਿ ਉਹਦੇ ਵਿੱਚ ਜਿੱਦਾਂ ਕਿ ਤੁਸੀਂ ਕਹਿ ਰਹੇ ਸੀ $5 ਦੇ ਉੱਤੇ ਕਿ $5 ਘੰਟੇ ਦੇ ਪੈਂਦੇ ਆ, ਬਟ ਇੱਥੇ ਜਿਹੜਾ ਲਾਅ ਹੈਗਾ ਆ ਉਹਦੇ ਲਈ ਐਟਲੀਸਟ ਤੁਹਾਨੂੰ ਮਿਨੀਮਮ ਵੇਜ ਬਣਨੀ ਜ਼ਰੂਰੀ ਆ। ਸੋ ਮੇਕ ਸ਼ੋਰ ਕਿ ਜਸਟ ਉੱਤੇ ਆਪਣਾ ਜਿਹੜੀ ਅੱਖ ਰੱਖੋ। ਤੇ ਇਸ ਤੋਂ ਪਹਿਲਾਂ ਆਪਾਂ ਰਾਜਕਿਰਨ ਤੇ ਹਰਜੋਤ ਭਾਜੀ ਅੱਗੇ ਚੱਲੀਏ, ਤੇ ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀਗਾ, ਖਾਸ ਕਰਕੇ ਹਰਜੋਤ ਭਾਜੀ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇੱਕ ਜਿਹੜਾ ਇੰਸ਼ੋਰੈਂਸ ਦਾ ਮੁੱਦਾ ਹੈਗਾ ਆ, ਕਿ ਜਿਹੜੇ ਇੰਸ਼ੋਰੈਂਸ ਦੇ ਮੈਨੂੰ 2-3 ਕੰਪਲੇਂਟਸ ਜਿਹੜੀਆਂ ਪਿਛਲੇ ਵੀਕ ਦੇ ਵਿੱਚ ਆਈਆਂ ਹੈਗੀਆਂ, ਕਿ ਜਿਹਦੇ ਵਿੱਚ ਕਿ ਜਿਹੜਾ ਇੰਸ਼ੋਰੈਂਸ ਏਜੰਟ ਆ ਉਹਨਾਂ ਨੇ ਮਤਲਬ ਐਲੀਗੇਸ਼ਨ ਇਹ ਹੈਗੀ ਆ ਕਿ ਇੰਸ਼ੋਰੈਂਸ ਏਜੰਟ ਨੇ ਕਦੀ ਵੀ ਸਾਨੂੰ ਪਾਲਿਸੀ ਨਹੀਂ ਦਿੱਤੀ, ਤੇ ਵੀ ਡਿਡ ਨਾਟ ਨਿਊ, ਕਿ ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਪਾਲਿਸੀ ਦੇ ਵਿੱਚ ਕੀ ਕਵਰੇਜ ਆ ਕੀ ਨਹੀਂ ਗੀ। ਸੋ ਕਈ ਜਿਹੜੀ ਦੂਸਰੀ ਹੈਗੀ ਆ ਉਹਦੇ ਵਿੱਚ ਇਹ ਸੀਗਾ ਕਿ ਅਸੀਂ ਪੜ੍ਹਿਆ ਨਹੀਂ ਕਿ ਕਵਰੇਜ ਕੀ ਸੀਗੀ। ਤੇ ਮੇਰੀ ਕੁਛ ਇੰਸ਼ੋਰੈਂਸ ਜਿਹੜੇ ਬ੍ਰੋਕਰਸ ਹੈਗੇ ਆ ਜਾਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹਨਾਂ ਦੇ ਨਾਲ ਵੀ ਗੱਲ ਹੋਈ ਸੀਗੀ, ਤੇ ਉਹ ਫਿਰ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਜਦੋਂ ਸਾਡੇ ਕੋਲ ਇੰਸ਼ੋਰੈਂਸ ਲੈਣ ਆਉਂਦੇ ਆ ਕੋਈ ਵੀ ਜਾਣੇ, ਤਾਂ ਉਹਦੇ ਵਿੱਚ ਉਹ ਸਾਨੂੰ ਚੀਪ ਇੰਸ਼ੋਰੈਂਸ ਦੀ ਗੱਲ ਕੀਤੀ ਜਾਂਦੀ ਕਿ ਰੇਟ ਜ਼ਿਆਦੇ ਆ। ਸੋ ਰੇਟਸ ਘਟਾਉਣ ਵਾਸਤੇ ਫਿਰ ਤੁਹਾਨੂੰ ਕਵਰੇਜ ਘਟਾਉਣੀ ਪੈਂਦੀ ਆ। ਜੋ ਕਵਰੇਜ ਘਟਾਉਣੇ ਆ, ਤੁਹਾਨੂੰ ਮਿਨੀਮਮ ਕਵਰੇਜ ਦਿੰਦੇ ਆ ਅਸੀਂ, ਤੇ ਉਦੋਂ ਰੇਟ ਜੇ ਅਸੀਂ ਉਹਨੂੰ ਕੰਪੀਟ ਕਰਦੇ ਹਾਂ ਉਸ ਰੇਟ ਨੂੰ, ਤੇ ਉਹਦੇ ਵਿੱਚ ਕਵਰੇਜ ਬਿਲਕੁਲ ਜਿਹੜੀ ਆ ਬੇਅਰ ਮਿਨੀਮਮ ਹੋ ਜਾਂਦੀ ਹੈ। ਤੇ ਜਦੋਂ ਕੋਈ ਹਾਦਸਾ ਵਾਪਰਦਾ ਹੈ, ਫਿਰ ਉਹੋ ਹੀ ਬੰਦੇ ਸਾਨੂੰ ਬਲੇਮ ਕਰਦੇ ਆ ਕਿ ਸਾਡੀ ਕਵਰੇਜ ਬਿਲਕੁਲ ਨਹੀਂ ਹੈਗੀ, ਇੰਸ਼ੋਰੈਂਸ ਤਾਂ ਅਸੀਂ ਲਈ ਸੀ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਉੱਭਰ ਕੇ ਆ ਰਿਹਾ ਕਿ ਜਦੋਂ ਅਸੀਂ ਚੀਪ, ਕਿਉਂਕਿ ਇੰਸ਼ੋਰੈਂਸ ਰੇਟ ਬਹੁਤ ਹਾਈ ਹੈ ਇਸ ਵੇਲੇ, ਤਾਂ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਸਸਤਾ ਲਵਾਂ। ਇੰਸ਼ੋਰੈਂਸ ਬਾਰੇ ਇੱਕ ਗੱਲ ਮੈਂ ਦੱਸਣੀ ਚਾਹੁੰਦਾ, ਕਿਉਂਕਿ ਮੈਂ ਵੀ ਥੋੜਾ ਚਿਰ ਇਸ ਕਿੱਤੇ ਦੇ ਵਿੱਚ ਰਿਹਾ ਹਾਂ, ਇੰਸ਼ੋਰੈਂਸ ਦੇ ਵਿੱਚ ਮੈਂ ਇੰਸ਼ੋਰੈਂਸ ਕੀਤੀ ਆ।
ਸੋ ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਉਹ ਕਹਾਵਤ ਇੱਥੇ ਬਹੁਤ ਜ਼ਿਆਦਾ ਖਰੀ ਉਤਰਦੀ ਹੈ ਕਿ ਜਿੰਨਾ ਮਿੱਠਾ ਪਾਓਗੇ ਓਨਾ ਹੀ ਸਵਾਦ ਹੋਊਗਾ ਜਾਂ ਓਨਾ ਹੀ ਇਹਦਾ ਜਿਹੜਾ ਉਹ ਮਤਲਬ ਕਿ ਠੀਕ ਰਹੂਗਾ, ਅਸਰ ਰਹੂਗਾ। ਸੋ ਇਹਦੇ ਵਿੱਚ ਜਦੋਂ ਆਪਾਂ ਇੰਸ਼ੋਰੈਂਸ ਦੇ ਵਿੱਚ ਨਾ ਤਾਂ ਡਿਸਕਾਊਂਟ ਹੀ ਮਿਲਦੇ ਹੁੰਦੇ ਆ ਕਦੀ, ਕਿਉਂਕਿ ਇਹਦੇ 'ਚ ਇਲੀਗਲ ਹੈਗਾ, ਡਿਸਕਾਊਂਟਸ ਨਹੀਂ ਦੇ ਸਕਦੇ ਹੈਗੇ। ਪਰ ਉਹਦੇ ਵਿੱਚ ਜਦੋਂ ਤੁਸੀਂ ਇੰਸ਼ੋਰੈਂਸ ਬ੍ਰੋਕਰ ਨੂੰ ਜਾਂ ਏਜੰਟ ਨੂੰ ਤੁਸੀਂ ਪ੍ਰੈਸ਼ਰਾਈਜ਼ ਕਰਦੇ ਆ ਸਸਤਾ ਵੀ ਸਾਨੂੰ ਹੋਰ ਘੱਟ ਕਰੋ, ਹੋਰ ਘੱਟ ਕਰੋ, ਤੇ ਅਲਟੀਮੇਟਲੀ ਕੀ ਹੁੰਦਾ ਕਿ ਤੁਹਾਡੀ ਕਵਰੇਜ ਘਟਾ ਦਿੰਦੇ ਆ, ਜਾਂ ਤੁਹਾਡੇ ਕਈ ਵਿੱਚੋਂ ਜਿਹੜੀਆਂ ਬੈਨੀਫਿਟਸ ਉਹ ਕੱਢ ਦਿੰਦੇ ਆ, ਉਹਦੇ ਨਾਲ ਤੁਹਾਡੀ ਜਿਹੜੀ ਕਵਰੇਜ ਆ ਉਹ ਘਟ ਜਾਂਦੀ ਹੈ। ਮੇਰੇ ਖਿਆਲ ਦੇ ਵਿੱਚ ਤੁਹਾਡਾ ਹਰਜੋਤ ਭਾਜੀ ਕੀ ਖਿਆਲ ਹੈ ਇਹਦੇ ਬਾਰੇ? ਜੀ ਬਿਲਕੁਲ, ਇਹਦੇ ਬਾਰੇ ਆਪਾਂ ਐਕਸਪਲੇਨ ਕਰਦੇ ਹਾਂ। ਪਹਿਲਾਂ ਇੱਕ ਕਾਲਰ ਲੈਂਦੇ ਹਾਂ ਜੀ। ਆਪਣੇ ਨਾਲ ਜੁੜੇ ਨੇ ਰਿਪੂ ਦਮਨ ਸੋਹੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਆਪਣਾ ਰਮਨ ਭਾਜੀ, ਮੇਰਾ ਇੱਕ ਸਵਾਲ ਆ ਕਿ ਆਪਣੇ ਸਾਰੇ ਬੰਦੇ ਇਹ ਗੱਲ ਕਰਦੇ ਆ ਜੀ ਸ਼ਿਪਰਾਂ ਦੇ ਟਾਈਮ ਬਹੁਤ ਲੱਗਦਾ ਜੀ, ਤੇ 8-8 10-10 ਘੰਟੇ ਲੱਗ ਜਾਂਦੇ ਆ। ਇੱਕ ਦੂਜੇ ਪਾਸੇ ਜਦੋਂ ਸਾਰੇ ਅਮਰੀਕਾ ਦੇ ਵਿੱਚ ਇੱਕ ਲਾ ਹੈਗਾ ਆ ਕਿ ਮਿਨੀਮਮ ਵੇਜਸ ਜਿਹੜੀਆਂ ਹੈਗੀਆਂ ਆ ਉਹ ਡਿਸਾਈਡਡ ਹਰੇਕ ਸਟੇਟ ਵੱਲੋਂ ਜੀ, ਠੀਕ ਹੈ ਜੀ। ਤੇ ਸਾਡਾ ਕੋਈ ਨਾ ਤਾਂ ਰੇਟ ਸਾਡਾ ਕੋਈ ਡਿਸਾਈਡਡ ਹੈ ਕਿ ਮਿਨੀਮਮ ਇੰਨਾ ਹੋਣਾ ਚਾਹੀਦਾ। ਹੁਣ ਇਸ ਟਾਈਮ ਕਈ ਜਿਹੜੇ ਹੈਗੇ ਆ ਉਹ 75 ਸੈਂਟ ਨੂੰ ਵੀ ਦੂਜਾ ਲੋਡ ਲਾ ਕੇ ਬੈਠੇ ਹੁੰਦੇ ਆ, ਤੇ ਜੇ ਉਹਨਾਂ ਨੂੰ ਕਾਲ ਕਰਦੇ ਆ ਤਾਂ ਅੱਗੋਂ ਵੱਢ ਖਾਣੇ ਵਾਂਗੂ ਪੈਂਦੇ ਆ, ਠੀਕ ਹੈ ਜੀ। ਤੇ ਦੂਜੀ ਗੱਲ ਇਹ ਹੈ ਕਿ ਆਪਣੇ ਲੋਕੀ ਸਾਰੇ ਗੱਲ ਤਾਂ ਕਰਦੇ ਆ ਕਿ ਵੀ ਜੀ ਸਾਨੂੰ 8-8 10-10 ਘੰਟੇ ਬਹਿੰਦੇ ਆ ਉੱਥੇ, ਤੇ ਆਪਣੇ ਲੋਕੀ ਥੋੜਾ ਜਿਹਾ ਇਹ ਗੱਲ ਕਿਉਂ ਨਹੀਂ ਸੋਚਦੇ ਕਿ ਮੈਂ ਤੁਹਾਡੇ ਨਾਲ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਜੇ ਆਪਾਂ $50 ਪਾ ਕੇ ਸਾਰੇ ਜਿੰਨੇ ਹੈਗੇ ਆ ਇੱਕ ਸ਼ੁਰੂਆਤ ਕਰੀਏ, ਉਸ ਤੋਂ ਬਾਅਦ ਦੇ ਵਿੱਚ ਗੋਰਿਆਂ ਦੇ ਨਾਲ ਕੀਤੀ ਜਾਵੇ ਵੀ, ਆਪਣਾ ਦੂਸਰਿਆਂ ਦੇ ਨਾਲ ਵੀ ਜਿਹੜੇ ਹੈਗੇ ਆ ਵੀ ਆਪਣਾ ਰੇਸ ਹੈਗੀ ਆ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਜਾਵੇ, ਉਹ ਭਾਵੇਂ ਹਿਸਪੈਨਿਕ ਹੋਣ ਕੋਈ ਵੀ ਹੋਣ, ਠੀਕ ਹੈ ਕਿ ਨਹੀਂ। ਤੇ ਆਪਾਂ ਤੁਹਾਡੀ ਨੌਲੇਜ ਦੇ ਵਿੱਚ ਉਹ ਸਾਰੇ ਬੰਦੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਪਰ ਇੱਕ ਸ਼ੁਰੂਆਤ ਕਰਕੇ ਜਿਵੇਂ ਕਿ ਇੱਕ ਅੱਧਾ ਕੋਈ ਵਕੀਲ ਕੀਤਾ ਜਾਵੇ, ਉਹਦੇ ਨਾਲ ਘੱਟੋ ਘੱਟ ਮਿਨੀਮਮ ਰੇਟ ਸੈੱਟ ਕੀਤਾ ਜਾਵੇ, ਠੀਕ ਹੈ ਜੀ। ਤੇ ਨਾਲ ਪਲੱਸ ਜਿਹੜੀ ਹੈਗੀ ਡਿਟੈਂਸ਼ਨ ਤੇ ਵੀ ਕੋਈ ਜਿਹੜਾ ਪੀਰੀਅਡ ਤੇ ਟਾਈਮ ਤੇ ਉਹਦੀ ਮਨੀ ਹੈਗੀ ਆ ਉਹਦੀ ਕੋਈ ਸੈਟਅਪ ਹੋਵੇ। ਜਿਹੜੇ ਰੋਜ਼ ਆਪਾਂ 10-10 ਘੰਟੇ ਤਾਂ ਬਹਿਣਾ ਮਨਜ਼ੂਰ ਕਰ ਲੈਂਦੇ ਆ ਆਪਾਂ ਸਾਰੇ ਬੰਦੇ, ਠੀਕ ਹੈ ਜੀ, ਪਰ ਆਪਣੀ ਜੇਬ ਦੇ ਵਿੱਚੋਂ $50 ਕੱਢ ਕੇ ਤੇ ਇੱਕ ਭਾਜੀ ਰਮਨ ਭਾਜੀ ਨੂੰ ਮੈਂ ਉਦੋਂ ਵੀ ਤੁਹਾਨੂੰ ਗੱਲ ਕੀਤੀ ਸੀ ਕਿ ਵੀ ਤੁਹਾਨੂੰ ਮੂਹਰੇ ਲਾ ਕੇ ਤੇ ਆਪਾਂ ਇਹਦੀ ਕੋਈ ਫਾਈਟ ਕਿਉਂ ਨਹੀਂ ਕਰਦੇ ਗਏ ਜੀ। ਗੱਲ ਸਾਰੇ ਕਰਦੇ ਪਰ ਦੂਜਾ ਦਰਵਾਜ਼ਾ ਕੋਈ ਨਹੀਂ ਖੋਲਦਾ ਪਿਆ। ਬਿਲਕੁਲ, ਇਹ ਦੋ ਤਿੰਨ ਚੀਜ਼ਾਂ ਹੈਗੀਆਂ। ਇੱਕ ਤਾਂ ਆਪਾਂ ਗੱਲ ਕਰ ਰਹੇ ਹਾਂ $50 ਦੀ, ਅਸੀਂ ਤਾਂ 50 ਦੀ ਮੰਗ ਵੀ ਨਹੀਂ ਕਰ ਰਹੇ, $10 ਦੀ ਮੰਗ ਕਰ ਰਹੇ ਹਾਂ ਮੰਗ ਲਈ, ਪਹਿਲੀ ਗੱਲ। ਦੂਸਰੀ ਗੱਲ ਜਿਹੜੀ ਹੈਗੀ ਆ ਕਿ ਵਕੀਲ ਕਰਕੇ ਕੁਛ ਇਹਦੇ ਉੱਤੇ ਕਰਨ ਦੀ ਗੱਲ, ਉਹ ਸਹੀ ਪ੍ਰੋਸੈਸ ਨਹੀਂ ਹੈਗਾ। ਉਹਦੇ ਥਰੂ ਅਸੀਂ ਵਕੀਲ ਦੇ ਥਰੂ ਇੱਦਾਂ ਦਾ ਕੁਛ ਨਹੀਂ ਕਰ ਸਕਦੇ ਹੈਗੇ, ਨਾ ਕੋਈ ਐਸੋਸੀਏਸ਼ਨ ਕਰ ਸਕਦੀ ਹੈ, ਨਾ ਅਸੀਂ ਕਰ ਸਕਦੇ ਹਾਂ, ਕੋਈ ਵੀ ਨਹੀਂ ਕਰ ਸਕਦਾ। ਤੀਸਰੀ ਗੱਲ ਜਿਹੜੀ ਹੈਗੀ ਆ ਕਿ ਜਿਹੜਾ ਇਹਦਾ ਇੱਕ ਇਹਦੇ ਬਾਰੇ 'ਚ ਕਿਉਂ ਨਹੀਂ ਗੱਲ ਕੀਤੀ ਜਾਂਦੀ, ਇੱਕ ਪ੍ਰੋਸੈਸ ਹੈਗਾ ਹਰ ਇੱਕ ਚੀਜ਼ ਦਾ, ਹਰ ਇੱਕ ਕੰਮ ਦਾ ਇੱਕ ਪ੍ਰੋਸੈਸ ਹੈਗਾ। ਔਰ ਮੇਰੇ ਖਿਆਲ ਰਾਜਕਰਨ ਜੇ ਮੈਂ ਗਲਤ ਨਹੀਂ ਤਾਂ ਆਪਾਂ ਪਿਛਲੇ 2 ਮਹੀਨੇ ਪਹਿਲਾਂ ਆਪਣਾ 90 ਡੇਜ਼ ਦਾ ਕਮੈਂਟ ਪੀਰੀਅਡ ਚੱਲ ਰਿਹਾ ਸੀ ਜੋ ਆਪਣਾ ਟਰੱਕ ਸ਼ੋ ਸੀਗਾ, ਉਦੋਂ ਡਿਟੈਂਸ਼ਨ ਦੇ ਉੱਤੇ ਕਮੈਂਟ ਪੀਰੀਅਡ ਚੱਲ ਰਿਹਾ ਸੀਗਾ, ਤੇ ਆਪਾਂ ਮੇਰੇ ਖਿਆਲ ਤਰਲੇ ਕੱਢੇ ਸੀ ਬਹੁਤ ਲੋਕਾਂ ਦੇ ਕਿ ਜਿੰਨੀ ਵੀ ਵੱਧ ਤੋਂ ਵੱਧ ਤੁਸੀਂ ਆਪਣੀ ਕਮੈਂਟ ਕਰੋ, ਇਸ ਚੀਜ਼ ਨੂੰ, ਦਰਦ ਨੂੰ ਸਾਹਮਣੇ ਰੱਖੋ, ਤੇ ਉਹਦੇ ਵਿੱਚ ਆਪਣੇ ਬਹੁਤ ਹੀ ਮਿਨੀਮਲ ਕਮੈਂਟਸ ਜਿਹੜੇ ਉੱਥੇ ਗਏ ਸੀਗੇ। ਸੋ ਸੋਹੀ ਭਾਜੀ ਇਹਦੇ ਵਿੱਚ ਡੈਫੀਨੇਟਲੀ ਦਰਦ ਸਾਰਿਆਂ ਦੇ ਵਿੱਚ ਆ ਤੇ ਦੁੱਖ ਵੀ ਸਾਰਿਆਂ ਨੂੰ ਆ, ਪ੍ਰੋਬਲਮ ਵੀ ਸਾਰਿਆਂ ਨੂੰ ਆ। ਤੇ ਇੱਥੇ ਪ੍ਰੋਬਲਮ ਇਹ ਆ ਕਿ ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ, ਔਰ ਖਾਸ ਕਰਕੇ ਸਾਡੀ ਕਮਿਊਨਿਟੀ ਦੀ ਗੱਲ ਕਰਦਾ ਮੈਂ, ਅਸੀਂ ਇਹ ਚਾਹੁੰਦੇ ਹਾਂ ਵੀ ਦੁੱਖ ਭਾਵੇਂ ਸਾਨੂੰ ਜਿਹੜਾ ਮਰਜ਼ੀ ਦੇਵੇ, ਪਰ ਮਰਮ ਸਾਡੇ ਕੋਈ ਹੋਰ ਰੱਖ ਦੇਵੇ। ਸੋ ਅਸੀਂ ਉਹ ਮਰਮ ਰੱਖੀਏ ਆਪਣੇ, ਸਾਨੂੰ ਕੋਈ ਨਾ ਕੋਈ ਹੋਰ ਰੱਖ ਦੇ, ਕਿਉਂਕਿ ਅਸੀਂ ਕੋਈ ਮੀਟਿੰਗ ਰੱਖ ਲਈਏ, ਅਸੀਂ ਤਾਂ ਇੰਨੇ ਕੁ ਫਰਸਟ੍ਰੇਟ ਹੋ ਚੁੱਕੇ ਹਾਂ ਕਿ ਅਸੀਂ ਮੀਟਿੰਗਾਂ ਰੱਖਣੀਆਂ ਬੰਦ ਕਰਤੀਆਂ, ਕਿਉਂਕਿ ਮੀਟਿੰਗ 'ਚ ਕੋਈ ਆਉਂਦਾ ਨਹੀਂ। ਜਿਹੜਾ ਕੋਈ ਜਿਹਨੂੰ ਕਿਸੇ ਨੂੰ ਗੱਲ ਕਰੀ ਦੀ ਅਗਲਾ ਕਹਿੰਦਾ ਭਾਜੀ ਜਦੋਂ ਤੁਸੀਂ ਉੱਥੇ ਜੋ ਹੋਊਗਾ ਮੈਨੂੰ ਦੱਸ ਦਿਓ। ਹੁਣ ਇੱਕ ਤਾਂ ਮੀਟਿੰਗ ਪਹਿਲਾਂ ਬੰਦਾ ਅਰੇਂਜ ਕਰੇ, ਅਟੈਂਡ ਕਰੇ, ਮੁੜ ਕੇ ਫਿਰ ਸਾਰਿਆਂ ਨੂੰ ਇਕੱਲੇ ਨੂੰ ਦੱਸੇ ਵੀ ਕੀ ਹੋਇਆ ਸੀਗਾ ਉੱਥੇ। ਇਜ਼ ਇਟ ਵਰਥ ਇਟ? ਸਾਡੀ ਤਾਂ ਕਮਿਊਨਿਟੀ ਨੂੰ ਖੁਦ ਜਾਗਣਾ ਪੈਣਾ। ਇਹ ਜਿਹੜੇ ਰੇਟਸ ਤੁਸੀਂ ਸੈੱਟ ਕਰਨ ਦੀ ਗੱਲ ਕਰਦੇ ਆ ਨਾ, ਦੇਖੋ ਇਹ ਇੱਕ ਜਦੋਂ ਤੁਸੀਂ ਕਿਸੇ ਬ੍ਰੋਕਰ ਕੋਲੋਂ ਲੋਡ ਲੈਂਦੇ ਆ ਜਾਂ ਕਿਸੇ ਵੀ ਸ਼ਿਪਰ ਕੋਲੋਂ ਲੋਡ ਲੈਂਦੇ ਆ, ਤੁਹਾਡੇ ਕੋਲੋਂ ਉਹ ਕੰਟਰੈਕਟ ਸਾਈਨ ਕਰਵਾਉਂਦਾ ਆ,
ਤੁਸੀਂ ਕਿਉਂ ਨਹੀਂ ਕੰਟਰੈਕਟ ਸਾਈਨ ਕਰਵਾਉਂਦੇ ਉਹਦੇ ਕੋਲੋਂ? ਕਿਉਂ ਨਹੀਂ ਤੁਸੀਂ ਕੰਟਰੈਕਟ ਸਾਈਨ ਕਰਵਾਉਂਦੇ ਕਿ ਤੁਹਾਡਾ ਵੀ ਜਿਹੜਾ ਹੈਗਾ ਆ ਕਿ ਉਹ ਤੁਹਾਡਾ ਹੱਕ ਹੈਗਾ? ਔਰ ਇਹਦੇ ਵਿੱਚ ਹਰ ਇੱਕ ਬੰਦੇ ਨੂੰ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਕੰਟਰੈਕਟ, ਉਹ ਭਾਜੀ ਉਹ ਅੱਗੇ ਲੋੜ ਦੇ ਕੇ ਨਹੀਂ ਰਾਜੀ, ਤੁਸੀਂ ਕੰਟਰੈਕਟ ਦੀ ਗੱਲ ਕਰਦੇ। ਉਹ ਯਾਰ ਕਮਾਨ, ਜਦੋਂ ਸਾਰੇ ਜਾਣੇ ਕਰੋਗੇ ਸਭ ਕੁਝ ਹੋ ਸਕਦਾ। ਜਦੋਂ ਇਹ ਡਿਸੀਜਨ ਜਿਹੜੇ ਆ ਰੇਟ ਸੈੱਟ ਕਰਨ ਦੇ ਐਜ਼ ਅ ਐਸੋਸੀਏਸ਼ਨ, ਐਜ਼ ਅ ਗਰੁੱਪ, ਤੁਸੀਂ ਇੱਕ ਕਮਰੇ 'ਚ ਇਕੱਠੇ ਹੋ ਕੇ ਰੇਟ ਸੈੱਟ ਨਹੀਂ ਕਰ ਸਕਦੇ। ਦੈਟ ਦਾ ਲਾਅ, ਠੀਕ ਆ। ਬਟ ਉਹਦੇ ਅਰਾਊਂਡ ਤਰੀਕੇ ਹੈਗੇ ਆ, ਵੀ ਕੈਨ ਮੈਨੇਜ ਇਟ। ਬਟ ਤਿਆਰ ਤਾਂ ਹੁੰਦਾ ਨਹੀਂ ਕੋਈ ਵੀ। ਕਿਸੇ ਨੂੰ ਵੀ ਤੁਸੀਂ ਰੇਟ ਸੈੱਟ ਕਰਨ ਦੀ ਗੱਲ ਕਰ ਲਓ, ਕਿਸੇ ਨੂੰ ਵੀ ਕੋਈ ਚੀਜ਼ ਕਰਨ ਦੀ ਗੱਲ ਕਰ ਲਓ, ਉਹ ਆਪਣੀ ਤੂਤੀ ਅੱਗੇ ਰੱਖ ਲੈਂਦਾ ਹੈ, ਦੂਜੇ ਨੂੰ ਪਿੱਛੇ ਸੁੱਟ ਦਿੰਦਾ ਹੈ। ਸੋ ਡੈਫੀਨੇਟਲੀ ਮੈਂ 100% ਤੁਹਾਡੇ ਨਾਲ ਐਗਰੀ ਹੈਗਾ ਕਿ ਇਹਨੂੰ ਟੈਕਲ ਕਰਨਾ ਪੈਣਾ। ਇਹਨੂੰ ਟੈਕਲ FMCSA ਨੇ ਤੇ ਸਾਡੇ ਕੋਲੋਂ ਮੰਗਿਆ ਸੀਗਾ ਸਾਰਾ ਕੁਝ, ਅਸੀਂ ਉਹਨਾਂ ਨੂੰ ਦਿੱਤਾ ਨਹੀਂ। ਜਿੰਨਾ ਕੁ ਅਸੀਂ ਦਿੱਤਾ ਉਹਨਾਂ ਕੁ ਸਾਡਾ ਅਸਰ ਹੋ ਗਿਆ, ਠੀਕ ਆ। ਪਰ ਹੁਣ ਜਿਹੜਾ ਆ ਇਹਦੇ ਤੇ ਜਿੰਨਾ ਕਿਸੇ ਦਾ ਹੱਕ ਆ ਉਹਨਾਂ ਤੁਹਾਡਾ ਹੱਥ ਵੀ ਹੈਗਾ ਆ। ਹਰ ਇੱਕ ਬੰਦੇ ਦਾ ਹੱਥ ਹੈਗਾ। ਹਰ ਇੱਕ ਬੰਦਾ ਹਰਟ ਹੋ ਰਿਹਾ, ਪਰ ਹਰ ਇੱਕ ਬੰਦਾ ਗੱਲ ਕਰਨ ਨੂੰ ਡਰਦਾ ਕਿ ਪਤਾ ਨਹੀਂ ਮੈਨੂੰ ਬ੍ਰੋਕਰ ਖਾ ਜਾਊਗਾ। ਤੁਸੀਂ ਕਹਿੰਦੇ ਬ੍ਰੋਕਰ ਨੇ 75 ਸੈਂਟ ਨੂੰ ਲੋਡ ਲਾਇਆ ਹੁੰਦਾ, ਉਹਨੂੰ ਕਾਲ ਕਰੀ ਜਾ ਕੇ ਖਾਣ ਨੂੰ ਪੈਂਦਾ। ਕਾਲ ਕਿਉਂ ਕਰਦੇ ਆ ਉਹਨੂੰ? ਪਹਿਲਾਂ ਮੈਨੂੰ ਇੱਕ ਰੀਜ਼ਨ ਦੱਸੋ, ਕਾਲ ਕਿਉਂ ਕਰਦੇ ਉਹਨੂੰ 75 ਸੈਂਟ ਵਾਲੇ ਨੂੰ? ਉਹਨੂੰ ਕਾਲ ਹੀ ਨਾ ਕਰੋ, ਨਾ ਕਾਲ ਜਾਊਗੀ। ਉਹ 10 ਘੰਟਾ ਬੈਠੂ, 2 ਘੰਟੇ ਬੈਠੂ, 2 ਦਿਨ ਬੈਠੂ, ਅੱਗੇ ਹਾਰ ਕੇ ਤੁਹਾਨੂੰ ਕਾਲ ਕਰੂਗਾ। ਸਮੇਂ ਪਤਾ ਕੀ ਆ ਰਮਨ ਜੀ, ਜਿਹੜੇ ਇਦਾਂ ਦੇ ਇੰਨੇ ਲੋ ਤੇ ਲਾਉਂਦੇ ਨਾ, ਉਹ ਕਿੰਨੇ ਟਰੱਕਾਂ ਵਾਲਿਆਂ ਦੇ ਫੇਸਬੁੱਕ ਪੇਜ ਆ, ਉਹਨੂੰ ਉੱਥੇ ਉਦਾਂ ਦੇ ਦੀ ਉਹ ਸ਼ਾਰਟ ਸਕਰੀਨ ਕੱਟ ਕੇ ਨਾ ਪਾਓ ਤਾਂ ਕਿ ਲੋਕ ਫਿਰ ਜਿਹੜਾ ਕਾਲਾਂ ਕਰਨ ਵੀ ਕੀ ਕਰਦੇ ਆ। ਤੇ ਦੂਜੇ ਭਾਈ ਸਾਹਿਬ ਕਹਿੰਦੇ ਸੀ ਵੀ ਪੈਸੇ ਨਹੀਂ। ਪ੍ਰੋਬਲਮ ਹੀ ਹਰਜੋਤ ਭਾਜੀ ਇਹ ਆ ਕਿ ਅਸੀਂ ਦੇਖੋ ਜੇ ਉਹ ਕਿਉਂ 75 ਸੈਂਟ ਆਫਰ ਕਰ ਰਿਹਾ, ਕਿਉਂਕਿ ਕਿਸੇ ਨੇ ਪਹਿਲਾਂ 75 ਸੈਂਟ ਨੂੰ ਕੀਤਾ ਆ, ਲੈ ਲਿਆ ਕਿਸੇ ਨੇ ਜੀ। ਸੋ ਬਿਲਕੁਲ ਜਿਹੜਾ ਦੂਸਰਾ ਨਾ AV5 ਦਾ ਰੀਜ਼ਨ ਹੀ ਇਹ ਸੀ। ਆਪਾਂ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ। ਲੌਂਗ ਬੀਚ ਜਿਹੜਾ ਪੋਰਟ ਤੇ LA ਪੋਰਟ ਉੱਤੇ ਜਿੰਨੇ ਵੀ ਕੰਟੇਨਰਾਂ ਵਾਲੇ, ਜਿੰਨੇ ਟਰੱਕਾਂ ਵਾਲੇ ਸੀ, ਉਹ ਕਹਿੰਦੇ ਸੀ ਸਾਨੂੰ $5 ਘੰਟੇ ਦੇ ਵੀ ਨਹੀਂ ਬਚਦੇ, ਵੀ ਬਹੁਤ ਟਾਈਮ ਸਾਨੂੰ ਵੇਟ ਕਰਨਾ ਪੈਂਦਾ ਆ, ਰਾਈਟ? ਬਿਲਕੁਲ ਤਦੇ ਕਰਕੇ ਉਹ ਆਏ ਸੀ ਵੀ ਕਹਿੰਦੇ ਨਹੀਂ, ਇਹ ਤੁਹਾਨੂੰ ਹੁਣ ਪੇਰੋਲ ਤੇ ਪਾਓ। ਪੇਰੋਲ ਤੇ ਪਾਉਂਗੇ ਤਾਂ ਤੁਸੀਂ ਘੱਟੋ ਘੱਟ ਮਿਨੀਮਮ ਵੇਜ ਤਾਂ ਹੋਊਗੇ ਨਾ ਜੀ ਭਾਜੀ। ਫਿਰ ਜਦੋਂ ਅਸੀਂ ਪੇਰੋਲ ਤੇ ਪੈ ਜਾਂਦੇ ਹਾਂ, ਜਿੱਦਾਂ ਬੇ ਏਰੀਏ 'ਚ ਸਾਡੀ ਮੀਟਿੰਗ ਦੇ ਵਿੱਚ ਦੱਸਿਆ ਸੀ, ਜਦੋਂ ਸਾਡੇ ਬੰਦੇ ਪਹਿਲਾਂ ਫਿਰ ਉਹ ਪੇਰੋਲ ਤੋਂ ਹੀ ਘਰ ਨੂੰ ਚਲੇ ਜਾਂਦੇ ਸੀ, ਪੇਰੋਲ ਤੇ ਰੋਟੀ ਖਾਂਦੇ ਸੀ, ਪੇਰੋਲ ਤੇ ਬਹਿ ਕੇ ਤਾਸ਼ ਖੇਡਦੇ ਸੀ, ਤੇ ਫਿਰ ਉਹ ਚੀਜ਼ ਕਰਕੇ ਉਦੋਂ ਪੇਰੋਲ ਬੰਦ ਹੋਇਆ ਸੀ। ਸੋ ਏਕਾ ਕਰਨਾ ਪੈਣਾ, ਸਾਰਿਆਂ ਨੂੰ ਇਕੱਠੇ ਹੋਣਾ ਪੈਣਾ, ਫੈਸਲਾ ਲੈਣਾ ਪੈਣਾ ਆ ਵੀ ਨਹੀਂ ਜੀ, ਇਸ ਪ੍ਰਾਈਸ ਤੋਂ ਘੱਟ ਤੋਂ ਅਸੀਂ ਰੇਟ ਜਿਹੜਾ ਉਹ ਨਹੀਂ ਚੱਕਣਾ। ਜਿਹੜਾ ਚੱਕਦਾ ਆ ਚਲੋ ਉਹ ਜੋ ਵੀ ਆ, ਪਰ ਮੈਜੋਰਟੀ ਲੋਕ ਜੇ ਇਸ ਤਰੀਕੇ ਦੇ ਨਾਲ ਸੋਚ ਲੈਣਗੇ ਵੀ ਅਸੀਂ ਰੇਟ ਜਿਹੜਾ ਉਹ ਨਹੀਂ ਚੱਕਾਂਗੇ, ਤਾਂ ਫਿਰ ਹੀ ਜਿਹੜੀ ਇਹ ਗੱਲ ਬਣਨੀ ਆ। ਅਦਰਵਾਈਜ਼ ਇਹ ਕੈਪੀਟਲਿਸਟ ਕੰਟਰੀ ਆ, ਇਹਨਾਂ ਨੂੰ ਤੁਹਾਡੇ ਜਿਹੜੇ ਲਿਵਿੰਗ ਕੰਡੀਸ਼ਨਸ ਦੇ ਨਾਲ, ਉਹਨਾਂ ਦੇ ਨਾਲ ਕਿਸੇ ਕੰਪਨੀ ਵਾਲੇ ਨੂੰ ਕੋਈ ਮਤਲਬ ਨਹੀਂ। ਹਰ ਇੱਕ ਨੇ ਜਿਹੜਾ ਇਨ ਦੀ ਐਂਡ ਆਪਣਾ ਬੈਂਕ ਬੈਲੈਂਸ ਦੇਖਣਾ ਵੀ ਕਿੰਨਾ ਜਿਹੜਾ ਉਹ ਫਾਇਦਾ ਹੋਇਆ ਆ। ਚਾਹੇ ਵੱਡੀ ਤੋਂ ਵੱਡੀ ਕੰਪਨੀ ਦੇਖ ਲਓ, ਚਾਹੇ ਛੋਟੀ ਤੋਂ ਛੋਟੀ ਕੰਪਨੀ ਦੇਖ ਲਓ, ਇਹ ਇੱਥੇ ਇੱਦਾਂ ਹੀ ਚੱਲਦਾ ਆਇਆ ਆ, ਇੱਦਾਂ ਹੀ ਜਿਹੜਾ ਉਹ ਚੱਲਣਾ ਆ। ਸੋ ਇਹ ਤੁਸੀਂ ਸੋਚਦੇ ਆ ਵੀ ਕੋਈ ਤੁਹਾਡੇ ਲਈ ਆ ਕੇ ਰੇਟ ਸੈੱਟ ਕਰਕੇ ਜਾਊਗਾ, ਇੱਦਾਂ ਨਹੀਂ ਹੋਣਾ। ਇਹ ਜਿਹੜੀਆਂ ਯੂਨੀਅਨਸ ਕਿਉਂ ਜਿਨ੍ਹਾਂ ਥਾਵਾਂ ਦੇ ਉੱਤੇ ਸਟਰੋਂਗ ਹੈਗੀਆਂ ਆ, ਰੀਜ਼ਨ ਉਹਦੇ ਵਿੱਚ ਇਹ ਆ, ਉਹ ਉਹੀ ਆ ਵੀ ਉਹ ਆਪਣਾ ਰੇਟ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਰੱਖਿਆ ਆ। ਹੁਣ ਤੁਸੀਂ ਪਲੰਬਰ ਬੁਲਾਉਂਦੇ ਆ, ਇਲੈਕਟ੍ਰੀਸ਼ੀਅਨ ਬੁਲਾਉਂਦੇ ਆ, ਕਿਤੇ ਵੀ ਤੁਸੀਂ ਬੁਲਾਉਂਦੇ ਆ, ਕੋਈ ਕਰਦਾ ਹੈ ਘੱਟੋ ਘੱਟ ਮਿਨੀਮਮ ਤੋਂ ਘੱਟ। ਤੁਸੀਂ ਗੱਡੀ ਠੀਕ ਕਰਾਉਣ ਜਾਂਦੇ ਹੋ, ਅਗਲਿਆਂ ਨੇ ਕਿਹਾ ਵੀ ਇੰਨੀ ਸਾਡਾ ਲੇਬਰ ਦਾ ਪ੍ਰਾਈਸ ਆ ਪਰ ਆਵਰ ਦੇ ਹਿਸਾਬ ਦੇ ਨਾਲ, ਡਾਇਗਨੋਸਟਿਕ ਪ੍ਰਾਈਸ ਸਾਡਾ ਆ ਆ। ਉਹ ਘਟਾਉਂਦੇ ਆ, ਨਹੀਂ ਘਟਾਉਂਦੇ, ਮਾੜਾ ਮੋਟਾ ਬਾਅਦ ਦੇ ਵਿੱਚ ਇਨ ਦੀ ਐਂਡ ਟੋਟਲ ਦੇ ਵਿੱਚ ਥੋੜਾ ਬਹੁਤਾ ਉੱਤੇ ਥੱਲੇ ਕਰ ਲੈਣ ਤਾਂ ਕਰ ਲੈਣ, ਇੱਦਾਂ ਜਿਹੜਾ ਉਹ ਨਹੀਂ ਹੁੰਦਾ। ਸੋ ਇਹ ਤੁਹਾਨੂੰ ਵੀ ਇਸ ਹਿਸਾਬ ਦੇ ਨਾਲ ਇਕੱਠੇ ਹੋਣਾ ਪੈਣਾ ਆ। ਟਰੱਕਰਸ ਦੀ ਏਡੀ ਵੱਡੀਆਂ ਯੂਨੀਅਨਸ ਹੈਗੀਆਂ ਆ, ਜਾਂ ਉਹਨਾਂ ਦੇ ਵਿੱਚ ਸ਼ਾਮਲ ਹੋ, ਨਹੀਂ ਤਾਂ ਜਿਹੜੇ ਪੰਜਾਬੀ ਵਾਲਿਆਂ ਨੇ ਜਿਹੜੀ ਹੁਣ ਇਹ ਆਪਣੀ ਐਸੋਸੀਏਸ਼ਨ ਬਣਾਈ ਆ, ਇਹਦੇ ਵਿੱਚ ਜਿਹੜਾ ਉਹ ਲੱਗੋ। ਕੁਛ ਨਾ ਕੁਛ ਤਾਂ ਤੁਹਾਨੂੰ ਇਕੱਠਿਆਂ ਹੋ ਕੇ ਜਿਹੜਾ ਇਹ ਸਖਤ ਫੈਸਲਾ ਲੈਣਾ ਪੈਣਾ। ਔਖੇ ਹੋਵੋਗੇ ਤੁਸੀਂ, ਨੋ ਡਾਊਟ 1-2 ਮਹੀਨੇ ਤੁਹਾਨੂੰ ਔਖੇ ਹੋਣਾ ਪਊਗਾ ਵੀ ਹਾਏ ਪਤਾ ਨਹੀਂ ਸਾਨੂੰ ਕਿੱਦਾਂ ਬਣਨਾ ਕਿੱਦਾਂ ਨਹੀਂ ਆ। ਪਰ ਇਹ ਪਹਿਲੇ ਜਿਹੜੀ ਔਖਿਆਈ ਆ ਉਹੀ ਔਖੀ ਹੁੰਦੀ, ਜਦੋਂ ਉਹਦੇ ਵਿੱਚੋਂ ਨਿਕਲ ਜਾਓ ਫਿਰ ਕੰਮ ਜਿਹੜਾ ਉਹ ਸੂਤ ਆ ਜਾਂਦਾ। ਆਪਣੇ ਜਿਹੜੇ ਕੁਛ ਹੋਰ ਕਾਲਰਸ ਆ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਮਨੀ ਜੀ ਜੁੜੇ ਨੇ ਬੇਕਰਸਫੀਲਡ ਤੋਂ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਕੱਲ ਨੇ ਕਾਲ ਕੀਤੀ ਸੀ ਵੀ ਮੈਨੂੰ ਰੈੱਡ ਲਾਈਟ ਆਉਂਦੀ ਹੈ, ਮੈਂ ਅੰਦਰ ਜਾਣਾ ਚਾਹੁੰਦਾ, ਪਰ ਨਹੀਂ, ਜਦੋਂ ਉਹਦਾ ਲਿਖਿਆ ਹੈ ਪਹਿਲਾਂ ਸਾਈਨ ਲੱਗਿਆ ਵੀ ਫਾਲੋ ਯੂਰ ਕੈਬ ਸਿਗਨਲ, ਹੈ ਨਾ। ਜੇ ਤੁਹਾਨੂੰ ਰੈੱਡ ਲਾਈਟ ਮਿਲੀ ਆ ਯੂ ਹੈਵ ਟੂ ਗੋ ਵੀ ਥਰੂ ਦਾ ਸਕੇਲ, ਹੈ ਨਾ। ਉਹ ਕਈ ਵਾਰ ਸਕੇਲ ਖੋਲ ਕੇ ਬਹਿ ਜਾਂਦੇ ਆ, ਪਰ ਅੰਦਰ ਬੈਠੇ ਹੁੰਦੇ ਨੇ। ਜਦੋਂ ਆਪਾਂ ਬਾਈਪਾਸ ਕਰ ਦਿੰਦੇ ਉਹ ਕਈ ਟਿਕਟਾਂ ਮਿਲੀਆਂ ਕਈ ਜੀ ਇੱਕ ਬੰਦੇ ਨੂੰ ਵੇਖਣਾ ਉਹ। ਤੇ ਦੂਜੀ ਗੱਲ ਜਿਹੜਾ ਭਾਈ ਸਾਹਿਬ ਹਾਂਜੀ ਰੇਟ ਦੀ ਗੱਲ ਕਰਦਾ ਸੀਗਾ ਜੀ,
3-4 ਨੁਕਤੇ ਬੰਦ ਕਰ ਦਿਓ ਜੀ, ਇਹ ਬੰਦ ਕਰ ਦੇਣ। ਆਪਣੇ ਪੰਜਾਬੀ ਵੀਰਾਂ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਡਬਲ ਆਈਡੀਆਂ ਯੂਜ਼ ਕਰਨੀਆਂ ਬੰਦ ਕਰ ਦੇਣ ਜੀ। ਇਹ ਕਿਹੜੇ ਕਿਹੜੇ ਕਾਲ ਕਰਦੇ ਰਹਿੰਦੇ ਜੀ, ਅਸੀਂ ਆ ਅਪਲਾਈ ਕੱਢ ਕੇ ਜਾ ਸਕਦੇ ਹਾਂ, ਸਾਡੀ 5 ਮੀਲਾਂ ਰਹਿੰਦੀਆਂ ਨੇ, ਅਸੀਂ ਉੱਥੇ ਪਹੁੰਚਣਾ, ਅਸੀਂ ਉੱਥੇ ਪਹੁੰਚਣਾ। ਤੁਸੀਂ ਬ੍ਰੋਕਰ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਇਹ ਵੀ ਮੇਰੀ ਲਾਭ ਉੱਥੇ ਟਾਈਮ ਤੇ ਨਹੀਂ ਪਾਉਂਦੀ, ਮੈਂ ਟਾਈਮ ਤੇ ਨਹੀਂ ਲੱਦਿਆ ਗਿਆ ਹੈਗਾ। ਜੋ ਤੁਸੀਂ ਜਾ ਕੇ ਚੈੱਕ ਇਨ ਕਰੋ ਸ਼ਿਪਰ ਦੇ ਤੇ ਬ੍ਰੋਕਰ ਨੂੰ ਕਾਲ ਕਰੋ ਉੱਥੇ ਬੈਠ ਕੇ ਵੀ ਮੈਂ ਇੱਥੇ ਭਾਈ ਬੈਠਾ ਵਾਂ, 2 ਘੰਟੇ ਉੱਪਰ ਹੋ ਗਏ, ਮੈਨੂੰ ਪੇ ਦੱਸੋ ਪੇ ਕਰੇਂਗੇ ਕਹਾ ਕੀ ਕਰੇਂਗੇ, ਮੈਂ ਕੋਈ ਹੋਰ ਲੋੜ ਲੱਭਾਂ। ਉਹ ਆਪੇ ਤੁਹਾਨੂੰ ਪੇ ਨਹੀਂ ਜੀ, ਉਹਦੇ ਕਰਦੇ ਆ ਪੇ ਨਹੀਂ ਕਰਦੇ ਦੇਖੋ ਉਹਦੇ ਵਿੱਚ ਤਰੀਕਾ ਆ ਕਿ ਤੁਸੀਂ ਪਹਿਲਾਂ ਉਹਨੂੰ ਜਦੋਂ ਲੋਡ ਲੈਣੇ ਆ, ਪਹਿਲਾਂ ਲੋਡ ਲੈਣ ਲੱਗੇ ਉਹਦੇ ਕੋਲੋਂ ਕੰਟਰੈਕਟ ਆਪਣਾ ਵੀ ਸਾਈਨ ਕਰਵਾਓ ਨਾ ਵੀ ਸਾਡੇ ਕੋਲ ਅਸੀਂ ਤੁਹਾਨੂੰ 1 ਘੰਟਾ ਦੇਣਾ ਆ, 1 ਘੰਟੇ ਤੋਂ ਬਾਅਦ ਮੇਰੇ ਇੰਨੇ $100 ਘੰਟੇ ਦੇ ਚਾਰਜ ਆ। ਤੁਹਾਡੇ ਲਾਗੇ ਜਦੋਂ ਤੁਸੀਂ ਬੈਠੇ ਹੁੰਦੇ ਕਿਤੇ ਲੋਡ ਕਰਨ ਨੂੰ, ਤੁਹਾਡੇ ਲਾਗੇ ਵੱਡੀਆਂ ਕੰਪਨੀਆਂ ਦੇ ਟਰੱਕ ਆਣ ਕੇ ਲੋਡ ਹੋਈ ਜਾਂਦੇ। ਕਿਉਂ ਹੋਈ ਜਾਂਦੇ? ਕਿਉਂਕਿ ਉਹਨਾਂ ਨੇ ਕੰਟਰੈਕਟ ਲਿਖਾਇਆ ਹੁੰਦਾ ਵੀ ਸਾਡਾ ਟਰੱਕ ਇੰਨਾ ਟਾਈਮ ਬਹਿਣਾ, ਉਸ ਤੋਂ ਬਾਅਦ ਸਾਡੇ ਚਾਰਜ ਆ। ਆਪਣੇ ਬੰਦੇ ਕਹਿੰਦੇ ਹਾਂ ਤੂੰ ਪੈਸੇ ਕਿਉਂ ਮੰਗਦਾ ਬ੍ਰੋਕਰ ਤੋਂ, ਉਹਨੇ ਆਪਾਂ ਲੋਡ ਦੇਣੋਂ ਹਟ ਜਾਣਾ ਜੀ। ਜੇ ਆਪਾਂ ਡਾਇਰੈਕਸ਼ਨ ਮੰਗਾਂਗੇ ਇਹੀ ਕਹਿੰਦਾ ਉਹਨੇ ਲੋਡ ਦੇਣੋਂ ਹਟ ਜਾਣਾ ਮੂਹਰੇ ਆਪਣੇ। ਬ੍ਰੋਕਰ ਨੇ ਆਪਾਂ ਕਮੈਂਟ ਨਾ ਕਰੋ ਉਹਨਾਂ ਤੇ 2 ਘੰਟੇ ਬਾਅਦ ਕਾਲ ਕਰੀ ਚਲੋ ਆਪਾਂ ਵੀ ਮੈਂ ਇੱਥੇ ਬੈਠਾ ਮੈਨੂੰ ਨਹੀਂ ਲੱਦਿਆ ਵੀ ਮੈਂ ਇਹਨਾਂ ਤੋਂ ਚਾਰਜ ਕਰਨੀ ਹੈ, ਜਾਂ ਪਹਿਲੇ ਲੋਡ ਲੈਣ ਤੋਂ ਪਹਿਲੇ ਕਮੈਂਟ ਕਰ ਲਓ ਜੀ। ਕਸੂਰ ਆਪਣਾ ਵਾ ਨਾ ਕਿ ਬ੍ਰੋਕਰਾਂ ਦਾ ਜੀ। ਤੁਸੀਂ ਫਿਰ 2 ਮਿੰਟ ਬਹਿ ਜਾਓ, ਮੌਤ ਹੀ ਆਉਣ ਲੱਗੀ ਜੀ। 2 ਮਿੰਟ ਬਹਿ ਜਾਓ, ਜੇ ਟਰੱਕ ਦਿਹਾੜੀ ਖੜ ਵੀ ਗਿਆ, 1 ਦਿਹਾੜੀ 2 ਟਰੱਕ ਖੜ ਵੀ ਗਿਆ, ਖਬਰ ਤੁਹਾਨੂੰ ਕੱਲ ਨੂੰ ਵਧੀਆ ਲੋਡ ਮਿਲ ਜਾਵੇ ਉਹੀ ਜੀ ਇੱਕ। ਬਿਲਕੁਲ ਜੀ। ਬਾਕੀ ਡਬਲ ਆਈਡੀ ਵਾਲੀ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਅੱਜ ਵੀ ਅਸੀਂ ਜਿਹੜਾ ਬ੍ਰੋਕਰ ਦਾ ਲੋਡ ਆ ਉਹ ਆਪਣੀ ਆਈਡੀ ਜਿਹੜੀ ਆ ਉਹ ਦੂਜੀ ਪਾ ਕੇ ਜਾਂ ELD ਕੱਢ ਕੇ ਜਾਂ ਕਿਸੇ ਤਰ੍ਹਾਂ ਵੀ ਔਖੇ ਸੌਖੇ ਹੋ ਕੇ ਉਹਦਾ ਲੋਡ ਲਾ ਕੇ ਆਉਣੇ ਆ, ਪਰ ਅਸੀਂ ਆਪ ਗਲਤ ਹੋ ਜਾਂਦੇ ਹਾਂ, ਲੇਕਿਨ ਉਹਨੂੰ ਜਵਾਬ ਨਹੀਂ ਦੇ ਸਕਦੇ। ਉਹਨੂੰ ਉਹ ਨਹੀਂ ਕਹਿੰਦੇ ਹੈਗੇ ਮੇਰੀ ਲਾਭ ਕਿੰਨੇ ਹੈਗੀ ਉੱਥੇ ਮੈਂ ਨਹੀਂ ਲਾ ਸਕਦਾ ਹੈਗਾ ਨਾ ਜੀ। ਦੱਬੇ ਸੀਗੇ, ਦੱਬੇ ਹੀ ਰਹਿਣਾ ਇਹਨਾਂ ਨੇ ਆਪਾਂ ਨੂੰ ਉਰੇ ਜੀ। ਥੈਂਕ ਯੂ ਮਨੀ ਜੀ, ਥੈਂਕ ਯੂ। ਸੋ ਬਿਲਕੁਲ ਇਹਦੇ ਚ ਇੱਕ ਆਪਾਂ ਨਾ ਰਮਨ ਜੀ ਡਬਲ ਆਈਡੀ ਦੀ ਗੱਲ ਕਰਦੇ ਜਾਈਏ। ਪਿਛਲੇ ਵੀਕ ਇੱਕ ਸਾਡਾ ਸਰੋਤਾ ਵੀ ਸੀ, ਬੜਾ ਔਖਾ ਹੋਇਆ ਵੀ ਪਤਾ ਨਹੀਂ ਜੀ ਇੱਥੇ ਜਿਹੜੇ ਆਹ ਸ਼ੋਅ ਕਰਦੇ ਆ ਇਹਨਾਂ ਨੂੰ ਕੋਈ ਨੌਲੇਜ ਨਹੀਂ ਹੈਗਾ, ਕਿਉਂਕਿ ਅਸੀਂ ਖਬਰ ਸਾਂਝੀ ਕੀਤੀ ਸੀ। ਇੱਕ ਆਪਾਂ ਕੰਪਨੀ ਦਾ ਨਾਮ ਨਹੀਂ ਦੱਸਣਾ, ਸਾਨੂੰ ਕੰਪਨੀ ਦਾ ਨਾਮ ਵੀ ਉਹਨਾਂ ਨੇ ਦੱਸਿਆ ਸੀ ਵੀ ਕਿਹੜੀ ਕੰਪਨੀ ਦਾ ਡਰਾਈਵਰ ਡਬਲ ਆਈਡੀ ਯੂਜ਼ ਕਰਦਾ ਸੀ। ਜਦੋਂ ਉਹਨੂੰ ਫੜ ਲਿਆ ਤੇ ਉਹਦਾ ਲਾਇਸੈਂਸ ਕੈਂਸਲ ਹੋ ਗਿਆ। ਸੋ ਵਰਡਿੰਗ ਇਹ ਯੂਜ਼ ਕੀਤੀ ਸੀ ਰਾਜ ਨੇ। ਐਕਚੁਅਲੀ ਕੀ ਹੋਇਆ ਭਈ ਉਹਦਾ ਲਾਇਸੈਂਸ ਜਿਹੜਾ ਆ ਪੁਲਿਸ ਵਾਲਿਆਂ ਨੇ ਰੱਖ ਲਿਆ। ਹੁਣ ਤੁਸੀਂ ਦੱਸੋ ਵੀ ਜਦੋਂ ਲਾਇਸੈਂਸ ਰੱਖ ਲੈਣਾ ਉਹਨੂੰ ਮਿਲਣਾ ਤਾਂ DMV ਤੋਂ ਜਾ ਕੇ ਆ ਨਾ। ਜਦੋਂ ਕਿਸੇ ਬੰਦੇ ਨੂੰ DUI ਮਿਲਦੀ ਆ, ਤੁਸੀਂ ਸ਼ਰਾਬੀ ਹੋ ਕੇ ਕਾਰ ਚਲਾਉਂਦੇ ਆ, ਤੁਹਾਡੀ ਜਿਹੜੀ ਡਰਾਈਵਿੰਗ ਲਾਇਸੈਂਸ ਹੁੰਦਾ ਉਹ ਪੁਲਿਸ ਵਾਲੇ ਰੱਖ ਲੈਂਦੇ ਆ। ਫੇਰ ਤੁਹਾਨੂੰ DMV ਜਾ ਕੇ ਫਾਈਟ ਕਰਨਾ ਪੈਂਦਾ ਵੀ ਮੈਨੂੰ ਲਾਇਸੈਂਸ ਦਿਓ, ਠੀਕ ਹੈ ਕਿ ਨਹੀਂ। ਹੁਣ DMV ਡਬਲ ਆਈਡੀ ਵਾਲੇ ਨੂੰ ਕਿੱਦਾਂ ਲਾਇਸੈਂਸ ਦਊਗਾ, ਰਾਈਟ। ਸੋ ਉਹ ਤਾਂ ਕੀ ਕਹਿਣਾ ਵੀ ਜੀ ਇਹ ਸਾਨੂੰ ਖਬਰ ਸਾਂਝੀ ਕਰ ਰਹੇ ਆ ਵੀ ਇਦਾਂ ਦਾ ਕੰਮ ਨਾ ਕਰੋ ਜਿਹਦੇ ਨਾਲ ਬਹੁਤ ਬਦਨਾਮੀ ਹੋਣੀ ਆ। ਉਹ ਕਹਿ ਰਹੇ ਨਹੀਂ ਜੀ ਇਹਨਾਂ ਨੂੰ ਤਾਂ ਪਤਾ ਨਹੀਂ ਦੇਸੀ ਜਿਹੇ ਬੰਦੇ ਬੈਠੇ ਆ ਐਵੇਂ। ਤੇ ਮੈਨੂੰ ਨਹੀਂ ਲੱਗਦਾ ਵੀ ਪੂਰੀ ਅਮਰੀਕਾ 'ਚ ਕੋਈ ਇਦਾਂ ਦਾ ਮੀਡੀਆ ਆ ਜਿਹੜਾ ਅਸੀਂ ਬਿਨਾਂ ਕਿਸੇ ਸਪਾਂਸਰਡ ਪ੍ਰੋਗਰਾਮ ਤੋਂ ਇਹ ਟਰੱਕਿੰਗ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ, ਘੰਟੇ ਦਾ ਪਿਛਲੇ ਕਈ ਸਾਲ ਤੋਂ ਕਰ ਰਹੇ ਆ ਹੁਣ, ਹਨਾ। ਤੇ ਅਸੀਂ ਵੀ ਇੱਥੇ 2 ਦਿਨ ਪੰਡਤ ਬਿਠਾ ਸਕਦੇ ਆ ਵੀ ਆਰਾਮ ਨਾਲ ਹੱਥ ਦਿਖਾਈ ਜਾਓ ਤਾਂ ਪੈਸੇ ਬਣਾਈ ਜਾਓ ਰੇਡੀਓ ਤੋਂ, ਹਨਾ। ਇੰਨਾ ਦਾ ਐਪਰੀਸ਼ੀਏਟ ਤਾਂ ਕੀ ਕਰਨਾ ਵੀ ਹੱਦ ਹੋਈ ਪਈ। ਨਾਲੇ ਦੇਖੋ ਵੀ ਡਬਲ ਆਈਡੀ ਯੂਜ਼ ਕਰਨਾ ਤਾਂ ਹੈ ਹੀ ਰੋਂਗ ਆ, ਉਹ ਤਾਂ ਟੋਟਲੀ ਹੈ ਹੀ ਇਲੀਗਲ ਆ। ਨਹੀਂ ਜਿੱਥੇ ਵੀ ਹਰਜੋਤ ਭਾਜੀ ਉਹ ਬੰਦਾ ਮੈਸੇਜ ਕਰ ਰਿਹਾ ਸੀਗਾ, ਜਿਹੜੇ ਵੀ ਗਰੁੱਪ ਦੇ ਵਿੱਚ ਉਹ ਬੋਲ ਰਿਹਾ ਸੀਗਾ, ਉਸ ਗਰੁੱਪ ਦੇ ਵਿੱਚ 2-3 ਹੋਰ ਨਾਲ ਵੱਧ ਚੜ ਕੇ ਹਿੱਸਾ ਲੈ ਰਹੇ ਸੀ। ਉਹਨਾਂ ਨੂੰ ਕੀ ਪਤਾ ਕਿੱਦਾਂ ਯੂਜ਼ ਕਰਨੀ ਹੁੰਦੀ ਆ। ਅਸੀਂ ਸਾਡੇ ਕੋਲ ਸਿੱਖੋ ਕਿੱਦਾਂ ਯੂਜ਼ ਕਰਨੀ ਡਬਲ ਆਈਡੀ, ਅਸੀਂ ਦਿਖਾਉਣੇ ਕਰਕੇ ਕਿੱਦਾਂ ਕਰਨੀ। ਮੈਂ ਕਿਹਾ ਵੀ ਇਹਨਾਂ ਚੀਜ਼ਾਂ ਨੇ ਤਾਂ ਤੁਹਾਨੂੰ ਪਹਿਲਾਂ ਮਾਰਿਆ ਵੀ ਤੁਸੀਂ ਜਿਹੜੇ ਤੁਰੇ ਫਿਰਦੇ ਆ ਵੀ ਲੂਪ ਹੋਲ ਲੱਭਦੇ ਆ ਨਾ ਵੀ ਵਿੱਚੋਂ। ਜੇ ਤੁਸੀਂ ਕੰਮ ਕਰ ਰਹੇ ਆ, ਤੁਸੀਂ ਪੈਸੇ ਬਣਾਉਣੇ ਆ ਤਾਂ ਸਹੀ ਢੰਗ ਨਾਲ ਬਣਾਓ, ਕਿਉਂ ਲੂਪ ਹੋਲ ਲੱਭਦੇ ਆ ਜੀ। ਬਾਅਦ ਦੇ ਵਿੱਚ ਆਪ ਤਾਂ ਫਸਣਾ ਹੀ ਫਸਣਾ ਹੈ ਤੇ ਬਾਅਦ ਫਿਰ ਪਰਿਵਾਰ ਵਾਲੇ ਵੀ ਔਖੇ ਹੋਣਗੇ ਵੀ ਹੁਣ ਇਹ ਕਮਾਈ ਦਾ ਸਾਧਨ ਜਿਹੜੇ ਹੋਰ ਰੁਕ ਗਏ ਨੇ। ਅਗਲੇ ਕਾਲਰ ਆਪਣੇ ਜੁੜੇ ਨੇ ਸਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਬਾਈ ਜੀ ਜਿਹੜੇ ਪਹਿਲੇ ਕਾਲਰ ਕਰਕੇ ਸਾਰੀ ਗੱਲ ਜਿਹੜੀ ਮੈਂ ਕਰਨੀ ਸੀਗੀ, ਮੈਂ ਤਾਂ ਇੰਨਾ ਹੀ ਕਹਿਣਾ ਹੁਣ ਜਿਹੜੇ ਆਪਣੇ ਲੋਕ ਨੇ ਨਾ ਇਹ ਆਪਾਂ ਨੂੰ ਇਹ ਕਹਿੰਦੇ ਆ ਵੀ ਸਾਨੂੰ ਨਾ ਸਾਰਾ ਕੁਝ ਫ੍ਰੀ ਪਲੇਟ 'ਚ ਪਾ ਕੇ ਦੇ ਦਿਓ, ਅਸੀਂ ਨਾ ਕੁਝ ਕਰੀਏ। ਜਿਵੇਂ ਹੁਣ ELD ਦਾ ਪ੍ਰੋਟੈਸਟ ਹੋਇਆ ਸੀਗਾ ਜੀ, ਕਿੰਨੇ ਬੰਦਿਆਂ ਨੇ, ਹਜ਼ਾਰਾਂ 'ਚ ਬੰਦਾ ਬਾਈ ਜੀ ਖੜਾ ਸੀਗਾ, ਹਨਾ। ਬਾਕੀਆਂ ਨੇ ਲੋਡ ਚੱਕ ਲਏ। ਇੱਕ ਦੂਜੇ ਨੂੰ ਕਹਿੰਦੇ ਸੀ, ਕਹਿੰਦੇ ਕੋਈ ਗੱਲ ਨਹੀਂ ਹੁਣ ਆਪਾਂ ਨੂੰ ਲੋਡ ਮਹਿੰਗੇ ਮਿਲ ਗਏ, ਜੇ ਕੁਝ ਹੋ ਗਿਆ ਕਹਿੰਦੇ ਉਹ ਵੀ ਆਪਣਾ ਫਾਇਦਾ। ਸੋ ਮਤਲਬ ਡਬਲ ਫਾਇਦਾ ਭਾਲਦੇ ਆ ਵੀ ਸਾਨੂੰ ਨਾ ਕੁਝ ਕਰਨਾ ਪਵੇ, ਹਰ ਪਾਸਿਓਂ ਸਾਨੂੰ ਪੈਸੇ ਬਣੀ ਜਾਣਦੇ, ਅਸੀਂ ਆਪਦੇ ਬ੍ਰੋਕਰ ਨੂੰ ਖੁਸ਼ ਰੱਖੀਏ। ਜੀ ਥੈਂਕ ਯੂ ਜੀ। ਭਾਈ ਜੀ ਮੈਂ ਤਾਂ ਇਹ ਕਹਿਣਾ ਸੀਗਾ ਵੀ ਜਿਹੜਾ ਆਪਣੇ ਹੁਣ ਆਰਗਿਊ ਕਰਨ ਤੇ ਇੰਨਾ ਟਾਈਮ ਲੋਕ ਵੇਸਟ ਕਰਦੇ ਆ, ਜੇ ਉਹੀ ਆਪਾਂ ਕਿਤੇ ਇਕੱਠੇ ਹੋ ਕੇ ਆਰਗਿਊ ਕਰ ਲਈਏ,
ਆਪਾਂ ਕਿਸੇ ਬ੍ਰੋਕਰ ਨਾਲ ਆਰਗਿਊ ਕਰ ਲਈਏ ਜਾਂ ਇਕੱਠੇ ਹੋ ਕੇ ਕਿਸੇ ਇੱਕ ਪਲੇਟਫਾਰਮ ਦੇ ਅੰਡਰ। ਹੁਣ ਮੈਂ ਕਈ ਲੋਕਾਂ ਨੂੰ ਮੈਂ ਕਿਹਾ ਸੀ, ਅਸੀਂ ਗਰੁੱਪਾਂ 'ਚ ਪਾਇਆ ਵੀ ਨੈਪਟਾ ਜੁਆਇਨ ਕਰੋ, ਉਹ ਲੋਕ ਇਹ ਸਮਝੀ ਜਾਂਦੇ ਵੀ ਸਾਰੀ ਸਾਨੂੰ ਵਿੱਚੋਂ ਕਮਿਸ਼ਨ ਮਿਲਦੀ ਆ ਵੀ ਅਸੀਂ ਐਡਵਰਟਾਈਜ਼ਮੈਂਟ ਕਰਦੇ ਹਾਂ ਨੈਪਟਾ ਦੀ। ਚਲੋ ਉਹਨਾਂ ਨੂੰ ਇਹ ਵੀ ਸਮਝਾ ਲਿਆ ਵੀ ਜਿਵੇਂ ਹੁਣ ਬਾਈ ਜੀ ਮੈਂ ਅੱਗੇ ਵੀ ਦੱਸਿਆ ਸੀਗਾ ਹਨਾ, ਆਪਣੇ ਟਰੱਕਾਂ ਦੇ ਮੁੰਡਿਆਂ ਦੇ ਰੋੜੇ ਮਾਰੇ ਸੀਗੇ, ਹੁਣ ਅਸੀਂ ਗਰੁੱਪਾਂ 'ਚ ਪਾਤਾ, ਅਸੀਂ ਟਵਿੱਟਰ ਤੇ ਪਾਤਾ, ਹੁਣ ਜਦੋਂ ਫੇਸਬੁੱਕ ਤੇ ਮੈਂ ਪਾਤਾ, ਉਹਦੇ ਨਾਲ ਕੁਝ ਨਹੀਂ ਹੋਇਆ, ਕਿਸੇ ਨੇ ਨਹੀਂ ਸੁਣੀ, ਕਿਸੇ ਪੁਲਿਸ ਵਾਲੇ ਨੇ ਨਹੀਂ ਕਾਲ ਕਰੀ, ਕਿਸੇ DOT ਵਾਲੇ ਨੇ ਨਹੀਂ ਕਾਲ ਕਰੀ। ਹੁਣ ਰਮਨ ਬਾਈ ਜੀ ਤੁਹਾਨੂੰ ਪਤਾ ਹੀ ਆ, ਜੇ ਇੱਕ ਟਰੱਕ ਦੇ ਮਤਲਬ ਸ਼ੀਸ਼ੇ ਦੇ ਪੱਥਰ ਵੱਜ ਜਵੇ ਤੇ ਟਰੱਕ ਪਲਟ ਜਵੇ, ਉਹ ਕਿੰਨੇ ਬੰਦਿਆਂ ਨੂੰ ਲੈ ਕੇ ਮਰੂ। ਉਹਨਾਂ ਲਈ ਇਹ ਸੇਫਟੀ ਦਾ ਕੋਈ ਰੀਜ਼ਨ ਹੀ ਨਹੀਂ। ਮੈਂ ਟਵਿੱਟਰ ਤੇ ਵੀ ਬਾਈ ਜੀ ਟੈਗ ਕਰਿਆ, ਸਿਰਫ ਐਰੀਜ਼ੋਨਾ DOT ਨੇ ਰਿਪਲਾਈ ਕਰਿਆ ਵੀ ਅਸੀਂ ਗਾਹਾਂ ਇਹਦੇ ਬਾਰੇ ਇਨਵੈਸਟੀਗੇਟ ਕਰਾਂਗੇ, ਕਿਸੇ ਨੇ ਕੁਝ ਨਹੀਂ ਕਰਿਆ। ਸੋ ਕਹਿਣ ਦਾ ਮਤਲਬ ਇਹ ਸੀਗਾ, ਜਦੋਂ ਕੱਲੇ ਰੌਲਾ ਪਾਈ ਜਾਂਦੇ ਆ ਬਾਈ ਜੀ, ਕੋਈ ਨਹੀਂ ਸੁਣਦਾ, ਮਤਲਬ ਜਿੰਨਾ ਮਰਜ਼ੀ ਢੋਲ ਵਜਾਈ ਚਲੋ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਜੀ ਜੀ, ਥੈਂਕ ਯੂ ਸਨੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕਿਹਾ ਵੀਰ ਜੀ, ਜਿਹੜੀ ਡਬਲ ID ਦੀ ਗੱਲ ਚੱਲ ਰਹੀ ਹੈ ਨਾ, ਮੈਂ ਆਪਣਾ ਇੰਸੀਡੈਂਟ ਦੱਸਦਾ। ਮੈਂ ਲੋਡ ਚੱਕ ਕੇ ਕੈਲੀਫੋਰਨੀਆ ਤੋਂ ਨਿਕਲਿਆ ਤੇ ਮੈਨੂੰ ਬਾਸਟੋ ਦੇ ਕੋਲ ਆਪਣਾ ਆਫਿਸਰ ਸੜਕ ਵੱਲ ਨੂੰ ਸ਼ੋਲਡਰ ਦੇ ਉੱਤੇ ਗੱਡੀ ਲਾ ਕੇ ਖੜਾ, ਮੈਂ ਆਪਣੀ ਸਪੀਡ ਨਾਲ 55 ਨਾਲ ਜਾ ਰਿਹਾ, ਮੈਂ ਲੰਘ ਗਿਆ, ਮੇਰੇ ਮਗਰ ਆ ਗਿਆ, ਉਹ ਬਰਾਬਰ ਲਾ ਕੇ, ਉਸ ਤੋਂ ਬਾਅਦ ਫਿਰ ਪਿੱਛੇ ਰਹਿ ਗਿਆ ਤੇ ਮੈਂ ਲੰਘ ਗਿਆ ਅੱਗੇ। ਅੱਛਾ, ਉਸ ਤੋਂ ਬਾਅਦ ਮੈਨੂੰ ਓਵਰਟੇਕ ਕਰਕੇ ਉਹ ਆਪਣਾ ਬ੍ਰਿਜ ਤੇ ਚੜ੍ਹ ਕੇ ਨਾ ਬ੍ਰਿਜ ਤੇ ਖੜ ਗਿਆ। ਅੱਛਾ, ਜਦੋਂ ਮੇਰਾ ਟਰੱਕ ਬ੍ਰਿਜ ਕ੍ਰਾਸ ਕੀਤਾ ਨਾ, ਉਹਨੂੰ ਫਿਰ ਲਾ ਲਿਆ ਮੇਰੇ ਮਗਰ। ਮੈਂ ਕਿਹਾ ਵੀ ਇਹ ਰੋਕੇਗਾ ਮੈਨੂੰ, ਤੇ ਲਾਈਟਾਂ ਦੇਤੀਆਂ, ਮੈਂ ਰੋਕ ਲਿਆ। ਤੇ ਮੈਨੂੰ ਜਦੋਂ ਆਇਆ ਅੰਦਰ, ਤੇ ਮੈਂ ਇਹ ਕਹਿ ਰਿਹਾ ਕਿ ਉਹਨਾਂ ਨੂੰ ਸਭ ਪਤਾ ਸੀ ਕੀ ਕਰਦੇ ਆ, ਔਰ ਸਾਡੇ ਪੰਜਾਬੀ ਕੀ ਕਰਦੇ ਆ, ਸਭ ਪਤਾ ਉਹਨਾਂ ਨੂੰ। ਅੱਛਾ, ਉਹਨ ਮੈਨੂੰ ਆ ਕੇ ਮੈਨੂੰ ਕਹਿੰਦਾ ਤੇਰਾ ਟਰੱਕ ਜਿਹੜਾ ਹੈਗਾ ਵਾਈਟ ਲਾਈਨ ਤੇ ਜਾ ਰਿਹਾ, ਸ਼ੋਲਡਰ ਦੀ ਤਰਫ ਬਾਰ-ਬਾਰ। ਮੈਂ ਕਿਹਾ ਸੌਰੀ। ਕਹਿੰਦਾ ਕਿੱਥੋਂ ਆਇਆ? ਮੈਂ ਕਿਹਾ ਮੈਂ ਕੈਲੀਫੋਰਨੀਆ ਤੋਂ। ਉਹਦੇ ਕੁਐਸਚਨ ਦੇਖੋ ਤੁਸੀਂ, ਕਦੋਂ ਲੋਡ ਚੱਕਿਆ ਸੀ? ਮੈਂ ਕਿਹਾ ਕੱਲ ਰਾਤੀ। ਆਇਆ ਕਦ ਸੀ ਤੂੰ ਇੱਥੇ? ਮੈਂ ਕਿਹਾ ਲਾਸਟ ਸੰਡੇ ਆਇਆ ਸੀਗਾ। ਅੱਛਾ, ਕਿੱਥੇ ਜਾ ਰਿਹਾ? ਮੈਂ ਕਿਹਾ ਓਹਾਇਓ ਜਾ ਰਿਹਾ। ਤੇ ਲੋਡ ਕਰ ਲਿਆ ਉਧਰੋਂ ਬੁੱਕ ਤੂੰ ਆਪਣਾ? ਮੈਂ ਕਿਹਾ ਨਹੀਂ। ਕਿੰਨੇ ਦਿਨ ਦਾ ਚੱਕਰ ਹੁੰਦਾ ਤੇਰਾ? ਮੈਂ ਕਿਹਾ ਤਕਰੀਬਨ 12-13 ਦਿਨ ਦਾ। ਤੇਰਾ ਬਿਜ਼ਨਸ ਕਿੱਦਾਂ ਚੱਲ ਰਿਹਾ? ਤੇਰਾ ਟਰੱਕ ਆਪਣਾ ਹੈ? ਮੈਂ ਕਿਹਾ ਹਾਂ ਮੇਰਾ ਆਪਣਾ ਹੈ। ਬਿਜ਼ਨਸ ਕਿੱਦਾਂ ਚੱਲ ਰਿਹਾ? ਮੈਂ ਕਿਹਾ ਨੋ ਗੁੱਡ ਰੇਟਸ। ਤੇ ਅੱਛਾ, ਕਹਿੰਦਾ ਮੈਂ ਤੈਨੂੰ ਸਿਰਫ ਵਾਰਨਿੰਗ ਦੇ ਰਿਹਾ, ਤੇਰਾ ਜਿਹੜਾ ਟਰੱਕ ਸੀ ਬਾਰ-ਬਾਰ ਵਾਈਟ ਲਾਈਨ ਤੇ ਜਾ ਰਿਹਾ ਸੀਗਾ। ਹੁਣ ਤੁਸੀਂ ਦੇਖੋ ਕਿ ਕਦੇ ਵੀ ਤੁਸੀਂ ਕਾਰ ਵੀ ਚਲਾਓ, ਤੁਹਾਡਾ ਤੁਸੀਂ ਬਿਲਕੁਲ ਸਟੇਟ ਕਦੇ ਵੀ ਨਹੀਂ ਜਾ ਸਕਦੇ, ਤੁਹਾਡਾ ਥੋੜਾ ਬਹੁਤਾ ਮਤਲਬ ਗੱਡੀ ਇੱਧਰ ਉੱਧਰ ਹੁੰਦੀ ਹੈ। ਉਹਦੇ ਰੋਕਣ ਦਾ ਕਾਰਨ ਇਹ ਸੀਗਾ, ਸਿਰਫ ਹੁਣ ਮੇਰੀ ਲਾਗ ਬੁੱਕ ਚੈੱਕ ਕਰਨੀ ਸੀ ਕਿ ਇਹ ਪੰਜਾਬੀ ਹੈਗਾ, ਇਹ ਹੇਰਾਫੇਰੀ ਤੋਂ ਬਾਜ ਆਉਂਦੇ ਨਹੀਂ, ਤੇ ਉਹਨੇ ਸਪੈਸ਼ਲੀ ਮੈਨੂੰ ਰੋਕਿਆ ਜਦ ਕਿ ਮੇਰੀ ਸਪੀਡ 55 ਤੋਂ ਉੱਤੇ। ਜੀ ਬਿਲਕੁਲ ਜੀ, ਬਿਲਕੁਲ। ਉਹ ਜਿਹੜਾ ਵੈਲਿਡ ਸਸਪੀਸ਼ਨ ਦੇ ਉੱਤੇ ਹੁੰਦਾ ਆ, ਉਹ ਕਹਿ ਕੇ ਉਹ ਰੋਕ ਲੈਂਦੇ ਆ, ਕਰ ਲੈਂਦੇ ਆ। ਬਿਕੋਜ਼ ਹੁਣ ਸਾਡੇ ਟਰੱਕ ਜਿਹੜੇ ਆ, ਜਦੋਂ ਉਹਨਾਂ ਤੇ ਕੋਈ ਖੰਡਾ ਲੱਗਾ ਜਾਂ ਕੋਈ ਵੀ ਇਦਾਂ ਦਾ ਸਾਈਨ ਲੱਗਾ ਆ, ਤੇ ਉਹ ਇੱਕ ਉਹਨਾਂ ਨੂੰ ਹੋਰ ਆਈਡੀਆ ਹੋ ਜਾਂਦਾ ਵੀ ਇਹ ਟਰੱਕ ਕਿਹਦਾ ਆ। ਜੀ ਬਿਲਕੁਲ। ਸੋ ਜੀ ਆਪਾਂ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਰਿਪੂ ਦਮਨ ਸੋਹੀ ਉਹਨਾਂ ਕਹਿੰਦੇ ਗੱਲ ਰਹਿ ਗਈ ਸੀ। ਹਾਂਜੀ ਰਿਪੂ ਜੀ। ਹਾਂਜੀ ਵੀਰ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਵੀ ਬਾਕੀ ਜਿਹੜਾ ਆਪਾਂ ਬ੍ਰੋਕਰਾਂ ਨੂੰ ਜਿਹੜਾ ਹੈਗਾ ਨਾ, ਤੁਸੀਂ ਜੇ ਥੋੜੀ ਜਿਹੀ ਗੱਲਬਾਤ ਆਪਣੇ ਬੰਦੇ ਖੁੱਲ ਕੇ ਕਰਨ ਨਾ ਉਹਨਾਂ ਨੂੰ, ਤੇ ਮੈਂ ਰਮਨ ਭਾਜੀ ਨੂੰ ਆਪਦਾ ਸਕਰੀਨਸ਼ਾਟ ਭੇਜਿਆ ਹੋਇਆ ਆ। ਮੈਂ ਲੋਡ ਇੱਕ ਲਾਇਆ ਸੀ ਔਕਸਨਾਡ ਦੇ ਵਿੱਚ, ਮੈਨੂੰ ਕਹਿੰਦਾ ਜਾ ਕੇ ਖਾਲੀ ਟਰੱਕ ਦੀ ਸਕੇਲ ਕਰਾ ਕੇ ਲੈ ਕੇ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰਾ ਤੇਰੇ ਨਾਲ ਡਨ ਡੀਲ ਕੀ ਸੀ ਵੀ ਇੱਥੇ ਆ ਕੇ ਮੈਂ ਲੋਡ ਲਾਉਣਾ ਆ, ਉੱਥੋਂ ਦੀਆਂ ਮੇਰੀਆਂ ਸਕੇਲ ਦੀਆਂ ਪਰਚੀਆਂ ਮੇਰੇ ਕੋਲੇ ਹੈਗੀਆਂ, ਤੇ ਮੈਂ ਹੁਣ ਖਾਲੀ ਜਾ ਕੇ ਕਿਉਂ ਕਰਾ ਕੇ ਲੈ ਕੇ ਆਵਾਂ? ਮੇਰੀ ਡੀਲ ਸੀਗੀ ਤੇਰਾ ਲੋਡ ਅਨਲੋਡ ਕਰਨਾ, ਮੈਂ ਕਰਤਾ, ਓਕੇ। ਤੇ ਮੈਂ ਨਹੀਂ ਹੁਣ ਜਾਣਾਗਾ, ਕਿਉਂਕਿ ELD ਦੇ ਉੱਤੇ ਮੇਰਾ ਟਾਈਮ ਹੈ, ਉਹ ਤੂੰ ਮੇਰਾ ਟਾਈਮ ਕੰਜ਼ਿਊਮ ਕਰਨ ਲੱਗਿਆ ਆ। ਠੀਕ ਹੈ ਜੀ। ਮੈਂ ਭਾਜੀ ਨੂੰ ਭੇਜਿਆ ਹੋਇਆ ਆ ਸਕਰੀਨਸ਼ਾਟ, ਮੈਨੂੰ $100 7 ਮੀਲਾਂ ਦਾ ਪੇ ਕੀਤਾ ਜੀ ਉਹਨੇ, ਉਸੇ ਟਾਈਮ ਖੜਿਆ। ਤੇ ਆਪਣੇ ਬੰਦੇ ਜਦੋਂ ਹੁਣ ਗੱਲ ਹੀ ਨਹੀਂ ਕੋਈ ਕਰਨਗੇ ਆ, ਉਹ ਅਗਲਾ ਕਹਿੰਦਾ ਓਕੇ ਮੈਂ 600 ਦਿੰਦਾ, ਪਲੀਜ਼ ਗਿਵ ਮੀ 700, ਗਿਵ ਮੀ 650। ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਤਾਂ ਉਸੇ ਤਰੀਕੇ ਨਾਲ ਚੱਲਣਾ ਜੀ। ਬਿਲਕੁਲ। ਜਿੱਦਣ ਦੇ 13 ਤਰੀਕ ਤੋਂ ਜਿੱਦਣ AB5 ਦਾ ਇਹ ਹੋਈ ਆਪਣਾ ਇੰਜੈਕਸ਼ਨ ਮਿਲੀ ਆ, ਉਸ ਤੋਂ ਬਾਅਦ ਦੇ ਵਿੱਚ ਜਿੰਨੇ ਆਹ ਆਪਣੇ ਬਣੇ ਆ ਹੁਣ ਦੂਜੇ ਨਵੇਂ ਬ੍ਰੋਕਰ ਬਣੇ ਆ, ਜਿਨ੍ਹਾਂ ਨੇ ਬ੍ਰੋਕਿੰਗ ਦਾ ਲਾਇਸੈਂਸ ਨਵਾਂ ਲਿਆ ਆ,
ਠੀਕ ਆ। ਮੈਨੂੰ ਕਿਸੇ ਬ੍ਰੋਕਰ ਨੇ ਗੋਰੇ ਨੇ ਦੱਸਿਆ, ਉਹ ਕਹਿੰਦਾ ਜਿਹੜਾ ਲੋਡ ਸਾਨੂੰ ਕਹਿੰਦਾ ਯੂਮਾ ਤੋਂ ਕਹਿੰਦਾ ਕੋਲਟਨ ਦਾ ਕਹਿੰਦਾ ਸਾਨੂੰ ਉਹ ਲੋਡ ਜਿਹੜਾ ਸੀਗਾ $1300 ਦਾ ਮਿਲ ਰਿਹਾ ਸੀਗਾ ਤੇ ਮੈਂ ਉਹਨਾਂ ਦੇ ਨਾਲ 1200 ਦਾ ਕਰ ਰਿਹਾ ਸੀਗਾ, ਠੀਕ ਆ ਜੀ। ਉਹੀ ਲੋਡ ਹੁਣ $800 ਤੇ ਆ ਗਿਆ ਆ, ਕਿਉਂਕਿ ਸਾਡੇ ਕੋਈ ਹੋਰ ਬੰਦੇ ਹੈਗੇ ਆ, ਫ੍ਰਿਜ਼ਨੋ ਦੀ ਕੰਪਨੀ ਹੈਗੀ ਹੈ ਪੰਜਾਬੀਆਂ ਦੀ, ਜਿਹੜੇ ਕਿ ਉਹ ਲੋਡ ਚੱਕਣ ਲੱਗ ਗਈ ਆ ਤੇ ਉਹ ਲੋਡ ਕਰਨ ਲੱਗ ਗਏ ਤੇ ਉਹਨਾਂ ਦਾ ਰੇਟ ਕੀ ਆ ਇਸ ਟਾਈਮ 800। ਦੱਸੋ ਜੀ, ਇਹ ਤਾਂ 1300 ਤੋਂ 800 ਆ ਗਿਆ, ਉਹਨਾਂ ਨੂੰ ਕੀ ਬਚਣਾ ਤੇ ਗਾਹਾਂ ਫਿਰ ਡਰਾਈਵਰਾਂ ਨੂੰ ਕੀ ਦੇਣਾ ਫਿਰ ਫਿਰ ਤਾਂ ਇਹਨਾਂ ਵਾਸਤੇ ਚਲਾਈ ਜਾਓ। ਥੈਂਕ ਯੂ ਰਿਪੂ ਦਮਨ ਜੀ, ਥੈਂਕ ਯੂ ਜੀ। ਤੇ ਆਪਾਂ ਅਗਲੇ ਕਾਲਰਸ ਉਹਨਾਂ ਵੱਲ ਵੀ ਜਿਹੜਾ ਆਪਾਂ ਵੱਧਦੇ ਹਾਂ, ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈ ਕੇ ਹਾਜ਼ਰ ਹੁੰਦੇ ਹਾਂ। ਜਿਹੜੇ ਸਰੋਤੇ ਹੋਲਡ ਤੇ ਆ, ਕਿਰਪਾ ਕਰਕੇ ਇੱਦਾਂ ਹੀ ਹੋਲਡ ਤੇ ਬਣੇ ਰਹੋ, ਤੁਹਾਡੇ ਨਾਲ ਵੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ
ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾਂ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰੈਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਾਂ ਵਾਰੀ ਸਿਰ ਕਾਲਸ ਜਿਹੜੀਆਂ ਆਪਾਂ ਲੈਂਦੇ ਆ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200। ਅਗਲੇ ਕਾਲਰ ਆਪਣੇ ਨਾਲ ਜਿਹੜੇ ਜੁੜੇ ਨੇ ਕੁਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇਹੀ ਹੈਗਾ ਵੀ ਆਪਣੇ ਜਿਹੜੇ ਪੰਜਾਬੀ ਨੇ ਇਹ ਮਹੱਤਵ ਵਾਲੇ ਬਿਜ਼ਨਸ 'ਚ ਲੱਗੇ ਹੋਏ ਨੇ। ਐਜੂਕੇਟਿਡ ਬੰਦੇ ਘੱਟ ਨੇ, ਇਸ ਕਰਕੇ ਆਪਾਂ ਨੂੰ ਬਾਹਲੀ ਮਾਰ ਪੈ ਰਹੀ ਆ। ਤੇ ਦੂਜੀ ਗੱਲ ਹੈਗੀ ਆ, ਇੱਕ ਦੂਜੇ ਤੇ ਜਮਾ ਹੀ ਟਰਸਟ ਨਹੀਂ ਕਰਦੇ। ਮੈਂ ਵੀ ਨਾਪਟਾ ਦਾ ਮੈਂਬਰ ਹੈਗਾ, ਮੈਂ ਇੱਥੇ ਟੈਕਸਸ ਦੇ ਵਿੱਚ ਰਹਿੰਦਾ। ਕਈ ਬੰਦੇ ਨੇ ਅਪਰੋਚ ਕੀਤੀ, ਉਹ ਥਿੰਕ ਇਹੀ ਕਰਦੇ ਨੇ ਵੀ ਇਹਨਾਂ ਨੇ ਵਿੱਚੋਂ ਖਾ ਜਾਣਾ ਹੈਗਾ, ਜਾਂ ਜਿਹੜੇ ਮੂਹਰੇ ਬੰਦੇ ਲੱਗੇ ਨੇ ਰਮਨ ਭਾਜੀ ਹੁਣੀ, ਜਿਹਨਾਂ ਜਿਹੜਾ ਗਰੁੱਪ ਹੈਗਾ, ਮਤਲਬ ਇਹ ਸੋਚਦੇ ਨੇ ਵੀ ਇਹ ਮਤਲਬ ਫੰਡ ਮਿਸਯੂਜ਼ ਕਰਦੇ ਨੇ। ਆਈ ਥਿੰਕ ਪ੍ਰੋਬਲਮ ਇਹੀ ਹੈਗੀ, ਆਪਣੇ ਮੈਂਬਰ ਤਾਂ ਹੀ ਨਹੀਂ ਵੱਧ ਰਹੇ ਜੀ। ਜੀ ਜੀ ਬਿਲਕੁਲ, ਇਹ ਗੱਲ ਤੁਹਾਡੀ ਸਹੀ ਆ। ਹਰ ਇੱਕ ਬੰਦੇ ਨੂੰ ਇਹ ਸੋਚ ਹੈਗੀ ਆ ਕਿ ਪਤਾ ਨਹੀਂ ਤੁਸੀਂ ਕੀ ਇਹਦੇ ਵਿੱਚੋਂ ਕਰਨਾ ਆ ਤੇ ਕੀ ਇਹਦੇ ਵਿੱਚੋਂ ਲੈ ਜਾਣਾ ਆ। ਤੇ ਮਤਲਬ ਕਿ ਇਹਦੇ ਵਿੱਚ ਤਾਂ ਹੁਣ ਅਸੀਂ ਇਹੋ ਹੀ ਕਹਿ ਸਕਦੇ ਹਾਂ ਵੀ ਭਾਈ ਤੁਸੀਂ ਦੇਖ ਸਕਦੇ ਆ, ਜਦੋਂ ਵੀ ਤੁਸੀਂ ਕਹੋ ਤੁਸੀਂ ਸਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਉਹ ਦੇਖ ਸਕਦੇ ਆ, ਜਿਹੜਾ ਸਾਡੇ ਕੋਲ ਕੁਛ ਵੀ ਫੰਡ ਅਵੇਲੇਬਲ ਹੈਗੇ ਉਹ ਦੇਖ ਸਕਦੇ ਆ ਕਿ ਅਸੀਂ ਕੀ ਕਰਦੇ ਆ, ਕਿੱਥੇ ਸਪੈਂਡ ਕਰਦੇ ਆ। ਸੋ ਇਸ ਤੋਂ ਵੱਧ ਤਾਂ ਹੋਰ ਅਸੀਂ ਹੁਣ ਇੱਦਾਂ ਤਾਂ ਕਹਿ ਨਹੀਂ ਸਕਦੇ ਕਿ ਵੀ ਹੁਣ ਮੈਜੋਰਟੀ ਬੰਦਿਆਂ ਦੀ ਭਾਜੀ ਜਿਹੜੀ ਸੋਚ ਇਹ ਵੀ ਹੈਗੀ ਆ ਕਿ ਇਹ ਕਿਉਂ ਅੱਗੇ ਆ, ਮੈਂ ਕਿਉਂ ਨਹੀਂ। ਸੋ ਅਸੀਂ ਹੱਸ ਕੇ ਕਹਿੰਦੇ ਆ ਵੀ ਜਿਹੜਾ ਵੀ ਬੰਦਾ ਅੱਗੇ ਲੱਗਣਾ ਚਾਹੁੰਦਾ ਆ, ਜਿਹੜਾ ਵੀ ਬੰਦਾ ਅੱਗੇ ਆਉਣਾ ਚਾਹੁੰਦਾ ਆ, ਉਹ ਸਾਨੂੰ ਕੰਟੈਕਟ ਕਰੇ। ਜੇ ਤੁਸੀਂ ਟੈਕਸਸ ਦੇ ਵਿੱਚ ਚਾਹੁੰਦੇ ਆ ਕਿ ਤੁਸੀਂ ਟੈਕਸਸ ਦੇ ਵਿੱਚ ਇਹਨੂੰ ਮੂਵ ਫਾਰਵਰਡ ਕਰਨਾ ਚਾਹੁੰਦੇ ਆ, ਅਸੀਂ ਉੱਥੇ ਮੈਂ ਖੁਦ ਉੱਥੇ ਆਣ ਕੇ ਤੁਹਾਡੇ ਨਾਲ ਬੈਠ ਕੇ ਅਸੀਂ ਸਾਰੀ ਡੀਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ। ਤੁਹਾਨੂੰ ਸਾਰਾ ਕੁਝ ਦਿਖਾ ਸਕਦੇ ਹਾਂ ਕੀ ਆ ਸਾਡੇ ਕੋਲ, ਕੀ ਨਹੀਂ ਗਾ, ਕੀ ਕਰ ਰਹੇ ਆ, ਕੀ ਕਿੱਥੋਂ ਸ਼ੁਰੂ ਕੀਤਾ ਸੀ, ਕਿੱਥੇ ਆਏ ਆ, ਸਾਰਾ ਡੀਟੇਲ ਦੇ ਵਿੱਚ ਜਿਹੜਾ ਆ ਉਹ ਦੇ ਸਕਦੇ ਆ। ਹਾਂਜੀ ਭਾਈ, ਮੇਰੇ ਕਹਿਣ ਦਾ ਮਤਲਬ ਸੀਗਾ ਵੀ ਮੈਂ ਇੱਥੇ ਕਈ ਬੰਦਿਆਂ ਨਾਲ ਅਪਰੋਚ ਕੀਤੀ ਵੀ ਆਪਾਂ ਵੀ ਮੈਂਬਰ ਬਣੀਏ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਪਹਿਲਾਂ ਤੁਹਾਡੀ ਰੇਡੀਓ ਤੇ ਗੱਲਬਾਤ ਸੁਣੀ, ਪਤਾ ਲੱਗੀ ਵੀ ਆਪਣੇ ਵੀ ਨਾਪਟਾ ਐਸੋਸੀਏਸ਼ਨ ਬਣੀ ਆ। ਤਾਂ ਮੈਂ ਕਿਹਾ ਬਹੁਤ ਚੰਗੀ ਗੱਲ ਹੈ, ਮੈਂ ਵੀ ਮੈਂਬਰ ਬਣਿਆ ਉਹਦੇ ਬਾਅਦ ਸੀ। ਤੇ ਮੈਂ ਹੋਰ ਬੰਦਿਆਂ ਨੂੰ ਵੀ ਅਪਰੋਚ ਕੀਤੀ, ਮੈਂ ਕਿਹਾ ਵੀ ਆਪਾਂ ਵੀ ਮੈਂਬਰ ਬਣੇ, ਆਪਾਂ ਵੀ ਸਾਥ ਦੇਣਾ ਚਾਹੀਦਾ। ਵੀ $100 $120 ਨਥਿੰਗ ਫॉर ਦ ਈਅਰ। $10 ਆਪਾਂ ਇੱਕ ਜਗ੍ਹਾ ਪਾਣੀ ਦਾ ਕੇਸ ਲੈਣ ਜਾਓ, $6 ਦਾ ਆਉਂਦਾ ਹੈਗਾ ਤੁਹਾਡਾ। ਜੀ ਮਤਲਬ ਕੋਈ ਕੀਮਤ ਨਹੀਂ ਹੈਗੀ $10 ਦੀ ਇੱਕ ਮਹੀਨੇ। ਮਗਰ ਆਪਾਂ ਕੋਈ ਨਾ ਕਿਤੇ ਡੋਨੇਸ਼ਨ ਵੀ ਕਰਦੇ ਬਾਦਰ ਯੂ ਫॉर ਦ ਮੰਥ। ਬਿਲਕੁਲ ਤਾਂ ਮਤਲਬ ਇਹ ਤਾਂ ਇਹਦੇ ਵਿੱਚ ਕੋਈ ਸਾਰੀ ਕਮਿਊਨਿਟੀ ਨੂੰ ਰਲ ਕੇ, ਨੋ ਮੈਟਰ ਤੁਸੀਂ ਕਿਹੜੀ ਵੀ ਸਟੇਟ ਵਿੱਚ ਰਹੋ, ਸਾਰਾ ਕੁਝ ਆ। ਜੇ ਬੈਨੀਫਿਟ ਵੀ ਲੈਣੇ ਆ ਤੇ ਪੂਰੇ ਬੈਨੀਫਿਟ ਦੇ ਨਾਲ ਤਾਂ ਅਸੀਂ, ਜੇ ਤੁਸੀਂ ਪੂਰੇ ਬੈਨੀਫਿਟ ਨਾਪਟਾ ਦੇ ਯੂਜ਼ ਕਰਦੇ ਆ ਤੇ ਤੁਸੀਂ $1000 ਪਲੱਸ ਸੇਵ ਕਰਦੇ ਆ ਮੰਥਲੀ। ਸੋ ਆਈ ਡੋਂਟ ਥਿੰਕ ਸੋ ਕਿਤੇ ਵੀ ਇਹਨਾਂ ਨਾਲੋਂ ਵਧੀਆ ਸੌਦਾ ਹੋਊਗਾ ਕਿ $10 ਦੇ ਕੇ $1000 ਲੈਣਾ ਵਾਪਸ। ਜੀ ਅਤੇ ਰਮਨ ਜੀ, ਇੱਥੇ ਥੋੜ੍ਹੀ ਜਿਹੀ ਸਾਡੇ ਨਾ ਫੋਨ ਲਾਈਨਸ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ। ਜਿਹੜਾ ਫੋਨ ਸਿਸਟਮ ਨੂੰ ਥੋੜ੍ਹਾ ਜਿਹਾ ਆਪਾਂ ਅਪਡੇਟ ਜਿਹੜਾ ਉਹ ਕਰ ਰਹੇ ਹਾਂ, ਉਹਦੇ ਕਰਕੇ ਥੋੜ੍ਹੀਆਂ ਪ੍ਰੋਬਲਮਸ ਆ ਰਹੀਆਂ। ਸੋ ਹੋਰ ਕਾਲਸ ਜਿਹੜੀਆਂ ਆ ਆਪਣੇ ਨਾਲ ਜਿਹੜੀਆਂ ਉਹ ਅਟੈਚ ਨਹੀਂ ਹੋ ਸਕਣਗੀਆਂ। ਮਾਫੀ ਚਾਹੁੰਦੇ ਹਾਂ ਆਪਣੇ ਜਿਹੜੇ ਸਰੋਤਿਆਂ ਤੋਂ। ਇੱਕ ਜਿਹੜੇ ਸਾਡੇ ਫੇਸਬੁੱਕ ਦੇ ਉੱਤੇ ਜਿਹੜੇ ਨਵਦੀਪ ਆ, ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਸਾਰੇ ਵੀਰਾਂ ਨੂੰ CB ਜਿਹੜਾ ਸਿਟੀਜ਼ਨ ਬੈਂਡ ਰੇਡੀਓ ਆ, ਉਸ ਨੂੰ ਜਿਹੜਾ ਯੂਜ਼ ਕਰਨਾ ਚਾਹੀਦਾ ਹੈ ਫੋਨ ਦੇ ਨਾਲ। ਉਹ ਬਾਕੀ ਟਰੱਕਰਸ ਦੇ ਨਾਲ ਗੱਲ ਕਰਨੀ ਚਾਹੀਦੀ ਆ, ਗਾਂ ਕੀ ਹੋ ਰਿਹਾ, ਕਿੱਦਾਂ ਨੂੰ ਜਦੋਂ ਜਾ ਰਹੇ ਹੋ, ਕਿੱਦਾਂ ਦੇ ਹਾਲਾਤ ਨੇ, ਜਾਂ ਹੋਰ ਕੋਈ ਜਿਹੜੀ ਗੱਲਬਾਤ ਆ ਉਹ ਆਪਸ ਦੇ ਵਿੱਚ ਕਰੋ, ਤਾਂ ਜੋ ਕਹਿੰਦੇ ਵੀ ਨੌਲੇਜ ਦੇ ਵਿੱਚ ਹੋਰ ਵਾਧਾ ਹੋ ਸਕੇ। ਵਾਕਈ ਇਹ ਜਿਹੜਾ ਇਹ ਫੇਸਬੁੱਕ ਦੇ ਉੱਤੇ ਆਨਲਾਈਨ ਲਾਈਵ ਇਹ ਸਾਰਾ ਕੁਝ ਕਰਨ ਦੇ ਨਾਲ ਪ੍ਰੋਬਲਮਸ ਦੇ ਵਿੱਚ ਤਾਂ ਡੈਫੀਨੇਟਲੀ ਵਾਧਾ ਹੀ ਹੈਗਾ ਹੈ। ਹੁਣ ਤੁਸੀਂ ਦੇਖ ਲਓ ਵੀ ਯੂਨਿਟੀ ਤਾਂ ਕੀ ਹੋਣੀ ਆ। ਜਿਸ ਤਰ੍ਹਾਂ ਭਾਈ ਸਾਹਿਬ ਦੱਸ ਕੇ ਗਏ ਸੀ ਵੀ ਇੱਕ ਜਿਹੜਾ $1300 ਦਾ ਲੋਡ ਸੀ ਤਾਂ ਹੁਣ 800 ਨੂੰ ਚੱਕੀ ਜਾਂਦੀ ਕੰਪਨੀ। ਸੋ ਤੁਸੀਂ ਘੱਟੋ ਘੱਟ ਜਿਹੜੀਆਂ ਹੋਰ ਕਮਿਊਨਿਟੀਆਂ ਨਾ ਉਹਨਾਂ ਨਾਲ ਜ਼ਰੂਰ ਦੇਖ ਲਓ।
ਅਮਰੀਕਾ ਦੇ ਵਿੱਚ ਕਹਿੰਦੇ ਵੀ 70 to 80% ਮੋਟਰ ਇੰਡਸਟਰੀ ਜਿਹੜੀ ਆ ਉਹ ਗੁਜਰਾਤੀ ਹੋਲਡ ਕਰਦੇ ਆ। ਤੁਸੀਂ ਕਿਸੇ ਗੁਜਰਾਤੀ ਦੇ ਹਰ ਟਾਊਨ 'ਚ ਚਲ ਜਿਓ, ਗੁਜਰਾਤੀਆਂ ਦੇ ਹੋਟਲ ਆ, ਤੁਸੀਂ ਦੇਖੋ ਕਿਤੇ ਮੁਕਾਬਲੇ ਤੇ ਉਹਨੇ $5 ਸਸਤਾ ਰੂਮ ਲਾਇਆ ਆ, ਉਹ ਕਦੇ ਨਹੀਂ ਮੁਕਾਬਲਾ ਕਰਦੇ ਹੈਗੇ। ਸੋ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਪੰਜਾਬੀ ਕਾਹਤੇ ਕਰਦੇ ਹੈਗੇ ਆ, ਚਾਹੇ ਟਰੱਕਿੰਗ ਆ, ਚਾਹੇ ਕੋਈ ਗੈਸ ਸਟੇਸ਼ਨ, ਚਾਹੇ ਕੋਈ ਲਿਕਰ ਸਟੋਰ। ਜਦੋਂ ਬਿਜ਼ਨਸ ਲੈਣਾ ਹਾਈ ਪ੍ਰਾਈਸ ਤੇ ਲੈਣਾ ਹੈਗਾ, ਫਿਰ ਪ੍ਰਾਈਸਾਂ ਸਿੱਟੀ ਜਾਣੀਆਂ, ਮੁੜ ਕੇ ਫਿਰ ਜਿਹੜਾ EMPLOYEE ਹੋਣਾ ਆ ਜਾਂ ਜਿਹੜਾ ਡਰਾਈਵਰ ਆ ਉਹਦੇ ਪੈਸੇ ਕੱਟੀ ਜਾਣੇ ਆ। ਸੋ ਇਹ ਬੜੀ ਮਾੜੀ ਗੱਲ ਆ। ਬਿਲਕੁਲ। ਤੇ ਹਰਜੋਤ ਸਿੰਘ ਜੀ, ਜੇ ਤੁਸੀਂ ਇੰਸ਼ੋਰੈਂਸ ਵਾਲੀ ਗੱਲ ਦੇ ਉੱਤੇ ਵੀ ਬਾਅਦ ਦੇ ਵਿੱਚ ਨਾਲ ਕਲੀਅਰ ਕਰ ਦਿਓ, ਕਿਉਂਕਿ ਸਮਾਂ ਵੀ ਆਪਣਾ ਸਮਾਪਤ। ਸੋ ਰਮਨ ਜੀ, ਤੁਹਾਡਾ ਇੰਸ਼ੋਰੈਂਸ ਵਾਲਾ ਕੁਐਸਚਨ ਸੀਗਾ, ਉਹਦੇ 'ਚ ਕੀ ਆ ਵੀ ਹਰ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਪਾਲਿਸੀ ਮੇਲ ਕਰਦੀ ਆ। 99% ਆਫ ਦਾ ਟਾਈਮ ਉਹ ਪਾਲਿਸੀ ਇੰਸ਼ੋਰੈਂਸ ਏਜੰਟ ਨੂੰ ਹੀ ਮੇਲ ਕਰਦੀ ਆ। ਸੋ ਅੱਜ ਕੱਲ੍ਹ ਜਿਹੜੀਆਂ ਜਿੰਨੀਆਂ ਵੀ ਇੰਸ਼ੋਰੈਂਸ ਪਾਲਿਸੀਆਂ ਹੁੰਦੀਆਂ ਉਹ PDF ਫਾਰਮ ਦੇ ਵਿੱਚ ਈਮੇਲ 'ਚ ਆ ਜਾਂਦੀਆਂ। ਤੁਸੀਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਪੁੱਛੋ ਵੀ ਸਾਨੂੰ ਪਾਲਿਸੀ ਦੀ ਕਾਪੀ ਚਾਹੀਦੀ, ਉਹਨੂੰ ਭੇਜਣੀ ਪੈਣੀ ਆ। ਤੁਸੀਂ ਜਦ ਪੁੱਛਦੇ ਨਹੀਂ ਹੈਗੇ। ਤੇ ਦੂਸਰਾ ਸਨੀ ਭਾਜੀ ਦਾ ਕੁਐਸਚਨ ਸੀ ਪਈ ਜਿਹੜੇ ਇੰਸ਼ੋਰੈਂਸ ਦੇ ਰੇਟ ਵੱਧਦੇ ਕਿਉਂ ਆ, ਵੀ ਈਵਨ ਦੋ ਤੁਹਾਡਾ ਰੈਕਡ ਕਲੀਨ ਹੋਵੇ। ਜਿਹੜੀ ਇੰਸ਼ੋਰੈਂਸ ਆ ਨਾ, ਇਹ ਵੀ ਇੱਕ ਬਿਜ਼ਨਸ ਆ, ਹੈ ਨਾ, ਨਾਨ ਪ੍ਰੋਫਿਟ ਤਾਂ ਹੈ ਨਹੀਂ। ਸੋ ਪੂਲ ਨੂੰ ਦੇਖਦੇ ਆ। ਕੀ ਆ ਵੀ ਪਿਛਲੇ 10 ਸਾਲਾਂ ਦੇ ਵਿੱਚ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਆ, ਕਿਸੇ ਨੇ ਵੀ ਕਮਰਸ਼ੀਅਲ ਟਰੱਕਿੰਗ ਦੇ ਵਿੱਚ ਪੈਸੇ ਨਹੀਂ ਬਣਾਏ, ਉਹ ਘਾਟੇ 'ਚ ਹੀ ਜਾ ਰਹੀਆਂ ਹੈਗੀਆਂ ਆ। ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਹੋਰ ਬਿਜ਼ਨਸਿਸ ਦੇ ਵਿੱਚ ਵੀ ਹੈਗੀਆਂ, ਕਿਉਂਕਿ ਉੱਧਰ ਉਹਨਾਂ ਨੂੰ ਪ੍ਰੋਫਿਟ ਹੋ ਜਾਂਦਾ, ਇੱਧਰ ਘਾਟਾ ਹੋ ਜਾਂਦਾ, ਰਾਈਟ। ਸੋ ਪ੍ਰੋਬਲਮ ਕੀ ਆ ਵੀ ਮੈਂ ਪਿੱਛੇ ਵੀ ਇੱਕ ਵਾਰੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੀਆਂ ਮੇਨ ਇੰਸ਼ੋਰੈਂਸ ਕੰਪਨੀਆਂ, ਕੋਈ ਵੀ ਉਹ ਪੰਜਾਬੀਆਂ ਦੇ ਨਾਲ ਬਿਜ਼ਨਸ ਕਰਕੇ ਰਾਜੀ ਨਹੀਂ ਹੈ। ਉਹ ਓਪਨਲੀ ਉਹਨੇ ਆਪਣੀਆਂ ਬੁੱਕਸ 'ਚ ਲਿਖਿਆ ਆ, ਕਿਉਂਕਿ ਆਪਾਂ ਦੇਖਦੇ ਆ ਹੁਣ ਬੰਦੇ ਨੂੰ ਆਏ ਨੂੰ ਅਮਰੀਕਾ 'ਚ ਮਹੀਨਾ ਨਹੀਂ ਹੋਇਆ ਹੁੰਦਾ, ਲਾਇਸੈਂਸ ਲੈ ਕੇ ਟਰੱਕ ਤੇ ਚਾੜ ਦਿੰਦੇ ਆ। 95% ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਆ 23 ਸਾਲ ਤੋਂ ਘੱਟ ਦੇ ਡਰਾਈਵਰ ਨੂੰ ਨਹੀਂ ਲੈਂਦੀਆਂ ਹੈਗੀਆਂ। ਜਿਹੜੀਆਂ ਲੈਂਦੀਆਂ ਆ ਉਹਨਾਂ ਦੇ ਰੇਟ ਡਬਲ ਹੁੰਦੇ ਆ, ਠੀਕ ਆ। ਸੋ ਆਪਣੇ ਬੰਦੇ ਉਹਨਾਂ ਦੇ ਨਾਂ ਹੀ ਨਹੀਂ ਚਾੜਦੇ, ਵਿੱਚ ਬਿਨਾਂ ਇੰਸ਼ੋਰੈਂਸ ਐਡ ਕੀਤੇ ਚਲਾਈ ਜਾਂਦੇ ਆ। 2 ਸਾਲ ਦਾ ਮਿਨੀਮਮ ਡਰਾਈਵਿੰਗ ਐਕਸਪੀਰੀਅੰਸ ਹੋਣਾ ਚਾਹੀਦਾ। ਪਰ ਮੈਂ ਤਾਂ ਹੈਰਾਨ ਆ ਵੀ ਜਿਨ੍ਹਾਂ ਦਾ 2 ਵੀਕਾਂ ਦਾ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਚਾੜਿਆ ਹੁੰਦਾ, ਮੁੜ ਕੇ ਫਿਰ ਐਕਸੀਡੈਂਟ ਹੁੰਦਾ, ਅਗਲੇ ਦੀ ਜੇ ਡੈਥ ਹੋ ਗਈ ਫਿਰ ਤੁਸੀਂ ਆਲਾ ਦੁਆਲਾ ਦੇਖੋ। ਕੰਪਨੀ ਵਾਲੇ ਕੀ ਆ, ਨਾਂ ਬਦਲ ਕੇ ਹੋਰ ਕੰਪਨੀ ਖੋਲ ਦਿੰਦੇ ਆ। ਜੋਰ ਭਾਜੀ ਜਿਹੜਾ ਰੌਲਾ ਹੈ ਨਾ ਇਸ ਵੇਲੇ, ਅੱਗੇ ਵੀ ਕਈ ਵਾਰੀ ਮੈਂ ਪ੍ਰੋਗਰਾਮ 'ਚ ਇਹ ਗੱਲ ਕੀਤੀ ਆ ਕਿ ਜਿਹੜਾ ਸਾਡਾ ਰੌਲਾ ਆ ਉਹ ਇਹ ਹੁੰਦਾ ਕਿ ਅਸੀਂ ਜਿੰਨਾ ਵੀ ਕੰਮ ਕਰਦੇ ਆ ਜਾਂ ਜਿਹੜੀਆਂ ਵੀ ਚੀਜ਼ਾਂ ਕਰ ਰਹੇ ਆ, ਸਾਡਾ ਮੈਜੋਰਟੀ ਜਿਹੜੀ ਕੰਪਨੀਆਂ ਜਿਹੜੀਆਂ ਨਾ ਉਹ ਜਿਹੜੀਆਂ ਬੰਦ ਹੁੰਦੀਆਂ, ਫੇਲ ਹੁੰਦੀਆਂ, ਉਹ ਸਾਡੀ ਕੰਪਲਾਇੰਸ ਤੇ ਸੇਫਟੀ ਕਰਕੇ ਬੰਦ ਹੁੰਦੀਆਂ, ਨਾ ਕਿ ਸਾਡਾ ਇਕੁਇਪਮੈਂਟ ਮਾੜਾ ਆ, ਨਾ ਕਿ ਸਾਡਾ ਕੁਝ ਮਾੜਾ। ਸਾਡੀ ਜਿਹੜੀ ਕੰਪਨੀ ਦੀ ਹੈਲਥ ਆ, ਜਿਹੜੀ ਕੰਪਨੀ ਦਾ ਬੈਕਬੋਨ ਆ, ਸੇਫਟੀ ਐਂਡ ਕੰਪਲਾਇੰਸ ਆ, ਉਹਦੇ ਵਿੱਚ ਅਸੀਂ ਸਾਰਿਆਂ ਨਾਲੋਂ ਜ਼ਿਆਦਾ ਕਮਜ਼ੋਰ ਆ, ਸਾਰਿਆਂ ਨਾਲੋਂ ਜ਼ਿਆਦਾ ਮਾੜੇ ਆ ਅਸੀਂ। ਔਰ ਸਾਡਾ ਉਹਦੇ ਵਿੱਚ ਹੀ ਸਾਡੀਆਂ ਡਰਾਈਵਰ ਫਾਈਲਸ ਹੋ ਗਈਆਂ। ਸਾਡਾ ਜਿੰਨਾ ਇਸ ਵੇਲੇ ਤੁਸੀਂ ਯਕੀਨ ਮੰਨੋ ਕਿ ਇੰਨੀ ਕੁ ਕੰਪਲਾਇੰਸ ਜਿਹੜੀ ਆ ਉਹ ਟਾਈਟ ਹੁੰਦੀ ਜਾ ਰਹੀ ਹੈ, 1% ਕੰਪਲਾਇੰਸ ਟਾਈਟ ਹੁੰਦੀ ਜਾ ਰਹੀ ਹੈ ਕਿ ਜਿਹਦੇ ਵਿੱਚ ਇਹ ਬਿਲਕੁਲ ਹੀ ਸਮਝ ਪਾਉਣਾ ਮੁਸ਼ਕਿਲ ਹੈ ਕਿ ਕੰਪਨੀ ਕਿਵੇਂ ਰਨ ਕਰ ਸਕਦਾ ਕੋਈ ਇਹ ਗਲਤੀਆਂ ਕਰਕੇ ਇੰਨੀਆਂ ਵੱਡੀਆਂ। ਔਰ ਫਿਰ ਦੇਖੋ ਜਦੋਂ DOT ਵਾਲੇ ਆਉਂਦੇ ਆ, ਉਹ ਬੜੇ ਪਿਆਰ ਨਾਲ ਬਹਿੰਦੇ ਆ, ਸਮਝਾਉਂਦੇ ਆ ਵੀ ਭਈ ਦੇਖ ਆਹ ਤੇਰੀਆਂ ਗਲਤੀਆਂ। ਜਿੰਨਾ ਕਿਸੇ ਨੇ ਵੀ ਆਪਣੇ ਆਡਿਟ ਚੋਂ ਨਿਕਲੇ ਆ, ਉਹ ਤੁਹਾਨੂੰ ਆਡਿਟ ਚੋਂ ਬਾਅਦ ਤੁਹਾਨੂੰ ਹਮੇਸ਼ਾ ਟਾਈਮ ਦਿੰਦੇ ਆ 60 to 90 ਡੇਜ਼ ਵੀ ਇਹਨਾਂ ਨੂੰ ਕਰੈਕਟਿਵ ਐਕਸ਼ਨ ਕਰੋ, ਇਹਨਾਂ ਨੂੰ ਸੁਧਾਰੋ, ਠੀਕ ਹੈ ਨਾ। ਤੇ ਸਾਡੇ ਬੰਦੇ ਕਰੈਕਟਿਵ ਐਕਸ਼ਨ ਜਿੱਦਣ ਤੇ ਉਹ ਕਹਿ ਕੇ ਜਾਂਦਾ ਉਦੋਂ 2 ਦਿਨ ਤਾਂ ਉਬਲਦੀ ਚਾਹ ਵਾਂਗੂ ਆਪਾਂ ਮਤਲਬ ਕਿ ਸਭ ਕੁਝ ਕਰਨ ਨੂੰ ਫਿਰਦੇ ਆ। ਉਸ ਤੋਂ ਤੀਜੇ ਦਿਨ ਨੂੰ ਸਾਨੂੰ ਫਿਰ ਸਾਰਾ ਕੁਝ ਭੁੱਲ ਜਾਂਦਾ ਸੀ, ਫਿਰ ਯੂਜ਼ੁਅਲ ਆਪਣੀ ਰੂਟੀਨ ਤੇ ਆ ਜਾਂਦੇ ਆ, ਫਿਰ ਉਹੀ ਕੰਮ ਕਰ ਦਿੰਦੇ ਆ। ਸੋ ਸਾਡੀ ਜਿਹੜੀ ਪ੍ਰੋਬਲਮ ਹੈ ਨਾ, ਪ੍ਰੋਬਲਮ ਹੈ ਹੁਣ ਇੰਸ਼ੋਰੈਂਸ ਦੇ ਰੇਟ ਆ। ਇੰਸ਼ੋਰੈਂਸ ਦੇ ਰੇਟ ਕਿਉਂਕਿ ਸਾਡਾ ਜਿਹੜਾ ਪੂਲ ਹੈਗਾ ਟਰੱਕਿੰਗ ਦਾ, ਉਹ ਇੰਨਾ ਕੁ ਜ਼ਿਆਦੀਆਂ ਗਲਤੀਆਂ ਕਰੀ ਜਾ ਰਹੇ ਆ। ਯੰਗ ਡਰਾਈਵਰ, ਅਨਐਕਸਪੀਰੀਅੰਸ ਡਰਾਈਵਰ ਬਿਲਕੁਲ ਜਿਹੜੇ ਪਾਈ ਜਾਂਦੇ ਆ, ਔਰ ਇੰਨੇ ਐਕਸੀਡੈਂਟ ਹੋ ਰਹੇ ਆ। ਉਹ ਜਿਹੜੀ ਚੀਜ਼ ਆ ਉਹ ਹੀ ਇਸੇ ਸਾਰੇ ਚੀਜ਼ ਨੂੰ ਵਾਧਾ ਦਿੰਦੀ। ਹੁਣ ਤੁਸੀਂ ਆਪ ਦੇਖੋ, ਆਪਾਂ ਹੁਣ AB5 ਕਰਕੇ ਥੋੜਾ ਜਿਹਾ ਭੱਜ ਨੱਠ ਹੋਈ, ਥੋੜਾ ਜਿਹਾ ਰੌਲਾ ਪਿਆ, ਔਰ ਕਾਫੀ ਆਪਣੀਆਂ ਜਿਹੜੀਆਂ ਟਰੱਕਿੰਗ ਇੰਡਸਟਰੀਆਂ ਹੈਗੀਆਂ ਅਜੇ ਵੀ ਮੈਜੋਰਟੀ ਸਾਡੀਆਂ ਵਿਦਾਊਟ ਵਰਕਰਸ ਸਟਾਪ ਹੈਗੀਆਂ, ਪਰ ਕਾਫੀ ਕੰਪਨੀਆਂ ਜਿਹੜੀਆਂ ਉਹ ਸਕੂਲ 'ਚ ਐਂਟਰ ਹੋਈਆਂ। ਤੇ ਹਰਜੋਤ ਭਾਜੀ ਪਿਛਲੇ ਮੇਰੇ ਖਿਆਲ 2 ਸਾਲਾਂ ਦੇ ਵਿੱਚ ਵਰਕਰਸ ਕੰਮ ਟਰੱਕਿੰਗ ਦੇ ਰੇਟ ਫਿਰ ਵੀ ਥੱਲੇ ਆਏ, ਬਹੁਤ ਥੱਲੇ ਆਏ। ਇੱਕ ਟਾਈਮ ਤੇ 25-26% ਸੀ, ਹੁਣ 9-10% ਤੱਕ ਆ ਗਏ। ਸੋ ਜਿੰਨਾ ਜ਼ਿਆਦਾ ਪੂਲ ਜੇ ਹੁਣ ਕੰਪਲਸਰੀ ਹੋਊਗਾ, ਅੱਜ ਤੋਂ 20 ਸਾਲ ਪਹਿਲਾਂ ਕੈਲੀਫੋਰਨੀਆ 'ਚ ਆਟੋ ਇੰਸ਼ੋਰੈਂਸ ਕੰਪਲਸਰੀ ਨਹੀਂ ਸੀ,
ਤੇ ਜਦੋਂ ਕੰਪਲਸਰੀ ਹੋ ਗਏ ਤੁਹਾਨੂੰ ਹਰ ਇੱਕ ਨੂੰ ਫਿਰ ਲੈਣੀ ਪੈਂਦੀ ਆ, ਫਿਰ ਪੂਲ ਉਹ ਵੱਧ ਜਾਂਦਾ, ਉਹਦੇ ਨਾਲ ਫਿਰ ਜਿਹੜੇ ਰੇਟ ਉਹ ਘਟ ਸਕਦੇ ਆ। ਪਰ ਹੁਣ ਜਦੋਂ ਤੁਹਾਡੇ ਲਾਸ ਰੇਸ਼ੀਓ ਇੰਨੀ ਹੁੰਦੀ ਆ ਜੇ ਆਪਾਂ ਰੈਗੂਲਰ ਇੰਸ਼ੋਰੈਂਸ ਦੀ ਗੱਲ ਕਰਦੇ ਆ, ਰੇਟ ਵਧੇ ਆ ਤੇ ਡੈਫੀਨਿਟਲੀ ਦੂਜੇ ਪਾਸੇ ਜਿਹੜੇ ਪਾਸੇ ਪੂਲ ਵੱਡਾ ਹੋਇਆ ਔਰ ਲਾਸਸ ਅਜੇ ਘੱਟ ਆ, ਲਾਸਸ ਇੰਨੇ ਹੈ ਨਹੀਂਗੇ, ਉਧਰਲੇ ਪਾਸੇ ਵੀ ਦੇਖੋ ਕਿ ਕਿੰਨਾ ਰੇਟ ਦਾ ਫਰਕ ਪਿਆ, ਉਹ ਥੱਲੇ ਆਇਆ। ਉਹ ਕਿਉਂ ਆਇਆ, ਉਹਦੇ ਪਿੱਛੇ ਰੀਜ਼ਨ ਦੇਖੋ। ਤੇ ਨਾਲੇ ਦੂਜੀ ਗੱਲ ਉਹ ਹੀ ਫਿਰ ਆ ਕਿ ਜਿਹੜੀ ਟਰੱਕ ਇੰਸ਼ੋਰੈਂਸ ਹੈਗੀ ਆ, ਤੁਸੀਂ ਆਪਣੇ ਏਜੰਟ ਕੋਲੋਂ, ਆਪਣੀ ਕੰਪਨੀ ਕੋਲੋਂ ਆਪਣੇ ਜਿਹੜੀ ਆ ਕੰਪਨੀ ਦੀ ਕੈਬ ਰਿਪੋਰਟ ਜ਼ਰੂਰ ਮੰਗੋ ਜੀ। ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਕਿਹੜੇ ਰੀਜ਼ਨ ਕਰਕੇ ਰੇਟ ਵੱਧ ਰਿਹਾ, ਸੋ ਮੇਕ ਸ਼ੋਰ ਤੁਸੀਂ ਆਪਣੀ ਕੈਬ ਰਿਪੋਰਟ ਲਓ। ਕੈਬ ਰਿਪੋਰਟ ਨੂੰ ਆਪਣੇ ਏਜੰਟ ਨਾਲ ਬੈਠ ਕੇ ਥੋਰਲੀ ਉਹਨੂੰ ਚੈੱਕ ਕਰੋ, ਥੋਰਲੀ ਉਹਦੇ ਥਰੂ ਜਾਓ। ਤੁਹਾਡਾ ਜਿਹੜਾ ਅੱਧਾ ਘੰਟਾ 2 ਘੰਟੇ ਲਾਏ ਆ ਉਸ ਟਾਈਮ ਤੇ ਆਪਣੇ ਇੰਸ਼ੋਰੈਂਸ ਏਜੰਟ ਨਾਲ ਬਹਿ ਕੇ ਤਸੱਲੀ ਦੇ ਨਾਲ, ਉਹ ਤੁਹਾਨੂੰ ਲੌਂਗ ਰਨ ਦੇ ਵਿੱਚ ਫਾਇਦਾ ਕਰਨਗੇ। ਔਰ ਇਹ ਮੈਂ ਗੱਲ ਜ਼ਰੂਰ ਕਹੂੰਗਾ ਇੰਸ਼ੋਰੈਂਸ ਦੇ ਵਿੱਚ ਕਿ ਜਦੋਂ ਤੁਸੀਂ ਟਰੱਕ ਦੀ ਇੰਸ਼ੋਰੈਂਸ ਲੈਣੀ ਆ ਜਾਂ ਕਿਸੇ ਵੀ ਕਿਸਮ ਦੀ ਤੁਸੀਂ ਇੰਸ਼ੋਰੈਂਸ ਲੈਣੀ ਆ, ਤੁਸੀਂ ਬੈਨੀਫਿਟ ਦੇਖ ਕੇ ਇੰਸ਼ੋਰੈਂਸ ਬਾਏ ਕਰੋ, ਨਾ ਕਿ ਰੇਟ ਦੇਖ ਕੇ। ਰੇਟ ਭਾਜੀ ਦੋ ਕੁਐਸਚਨ ਹੁੰਦੇ ਆ ਜਿਹੜੇ ਜਿੰਨੇ ਵੀ ਲੋਕ ਆ ਉਹਨਾਂ ਦੇ ਡਾਊਨ ਪੇਮੈਂਟ ਕਿੰਨੀ ਆ, ਮੰਥਲੀ ਕਿੰਨੀ, ਇਹ ਤੁਹਾਨੂੰ ਪਤਾ ਨਹੀਂ ਵੀ ਤੁਹਾਡੀ ਕਵਰੇਜ ਕੀ ਆ ਤੁਹਾਡੀ। ਉਹ ਸਿਸਟਮ ਹੁੰਦਾ ਨਾ, ਮੈਨੂੰ ਚੱਲਦਾ ਕਰ ਦਿਓ ਜੀ, ਮੈਨੂੰ ਚੱਲਦਾ ਕਰ ਦਿਓ, ਪਰ ਜੇ ਚੱਲਦੇ ਤੋਂ ਡਿੱਗਿਆ ਮੁੜ ਕੇ ਫਿਰ ਕੀ ਬਣੂਗਾ। ਜੀ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਜਿਹੜਾ ਉਹ ਸਮਾਪਤ ਆ, ਤੇ ਹੋਰ ਕਾਲ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ, ਮਾਫੀ ਚਾਹੁੰਦੇ ਆ। ਤੇ ਬਿਲਕੁਲ ਇਸ ਚੀਜ਼ ਦੇ ਵਿੱਚ ਇਹੀ ਆ ਵੀ ਧਿਆਨ ਜਿਹੜਾ ਦੇਖ ਕੇ ਜਿਹੜਾ ਚੱਲੋ, ਕਿਸ ਚੀਜ਼ ਦੇ ਵਿੱਚ ਫਾਇਦਾ। ਬੰਦਾ ਜਦੋਂ ਇੰਸ਼ੋਰੈਂਸ ਲੈਂਦਾ ਸੋਚਦਾ ਵੀ ਸ਼ਾਇਦ ਮੇਰਾ ਕਦੀ ਐਕਸੀਡੈਂਟ ਨਹੀਂ ਹੋ ਸਕਦਾ, ਚਲੋ ਤੁਸੀਂ ਸੇਫ ਡਰਾਈਵਰ ਹੋ ਸਕਦੇ, ਪਰ ਜ਼ਰੂਰੀ ਨਹੀਂ ਨਾ ਵੀ ਜਿਹੜਾ ਅੱਗੋਂ ਆ ਰਿਹਾ ਵੀ ਉਹ ਵੀ ਸੇਫ ਡਰਾਈਵਰ ਹੋਵੇ, ਤੁਹਾਡੇ ਵਿੱਚ ਕੋਈ ਨੁਕਸਾਨ ਦੇ ਸਕਦਾ। ਨਾਲੇ ਗਲਤੀ ਕਦੋਂ ਵੀ ਕਿਤੇ ਵੀ ਜਿਹੜੀ ਉਹ ਹੋ ਸਕਦੀ ਆ। ਇਹ ਕੋਈ ਲਗਜ਼ਰੀਅਸ ਚੀਜ਼ ਨਹੀਂ ਹੈ, ਨੈਸੈਸਿਟੀ ਹੈ। ਉਸ ਹਿਸਾਬ ਦੇ ਨਾਲ ਜਿਹੜਾ ਆ ਉਹ ਲੈ ਕੇ ਚੱਲੋ ਵੀ ਜਿਹੜੇ ਵਰਸ ਕੰਡੀਸ਼ਨ ਦੇ ਵਿੱਚ ਇੰਸ਼ੋਰੈਂਸ ਨੇ ਤੁਹਾਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਤੁਹਾਨੂੰ ਫਾਇਦਾ ਕਰ ਸਕਦੀ ਆ, ਕਿ ਤੁਹਾਡੀ ਕੰਪਨੀ ਉਸ ਤੋਂ ਬਾਅਦ 'ਚ ਕਿਤੇ ਡੁੱਬ ਨਾ ਜਾਵੇ, ਵੀ ਇੰਸ਼ੋਰੈਂਸ ਤੁਹਾਡੇ ਕੋਲ ਜਿਹੜੀ ਹੈ ਚੰਗੀ ਨਹੀਂ ਸੀ, ਕਵਰੇਜ ਨਹੀਂ ਸੀ, ਤੁਹਾਡੇ ਕੋਲ ਅੱਜ ਵੀ ਕਿਸੇ ਬੋਡੀਲੀ ਇੰਜਰੀ ਜਿਹੜੀ ਉਹ ਹੋ ਜਾਂਦੀ, ਕੋਈ ਹੋਰ ਪ੍ਰੋਬਲਮ ਹੋ ਜਾਂਦੀ ਆ, ਕੀ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਬਾਅਦ 'ਚ ਕਵਰ ਕਰ ਸਕਦੀ ਆ। ਇੱਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਸੋਚ ਕੇ ਉਹ ਤੁਹਾਨੂੰ ਉਹ ਲੈਣਾ ਪੈਣਾ ਆ। ਜਿਹੜੇ ਡਰਾਈਵਰ ਐਡ ਹੁੰਦੇ ਆ ਜਦੋਂ ਤੁਸੀਂ ਟਰੱਕ ਤੇ ਚੜ੍ਹਦੇ, ਮੇਕ ਸ਼ੋਰ ਕਰੋ ਤੁਸੀਂ ਪੁੱਛੋ ਆਪਣੇ ਕੰਪਨੀ ਦੇ ਮਾਲਕ ਨੂੰ ਵੀ ਮੇਰਾ ਨਾਂ ਐਡ ਕਰਾਇਆ, ਔਰ ਸ਼ੀਟ ਹੁੰਦੀ ਆ ਜਿਹਦੇ 'ਚ ਤੁਹਾਡੇ ਕਿੰਨੇ ਡਰਾਈਵਰ ਆ, ਉਹਨਾਂ ਦੇ ਨਾਮ, ਡੇਟ ਆਫ ਬਰਥ ਸਾਰੇ। ਜੇ ਤੁਹਾਡਾ ਨਾਂ ਹੀ ਨਹੀਂ ਵਿੱਚ ਹੈਗਾ, ਕੱਲ ਨੂੰ ਰੱਬ ਨਾ ਕਰੇ ਕਿਤੇ ਐਕਸੀਡੈਂਟ ਹੋ ਗਿਆ, ਤੁਹਾਨੂੰ ਕੁਝ ਨਹੀਂ ਮਿਲਣਾ ਹੈ ਨਾ। ਜੀ ਜੀ ਬਿਲਕੁਲ। ਸੋ ਸਮਾਂ ਬਿਲਕੁਲ ਇਹ ਤਾਂ ਕਾਮਨ ਚੀਜ਼ਾਂ ਹੋ ਚੱਲੀਆਂ ਜੀ, ਬਹੁਤ ਕੰਪਲੇਂਟਸ ਆ ਰਹੀਆਂ ਇਹਨਾਂ ਚੀਜ਼ਾਂ ਦੀਆਂ ਕਿ W2 ਮੰਗਦੇ ਆ, ਕੰਪਨੀ ਦੇ ਨਹੀਂ ਰਹੀ, ਜਾਂ ਅਸੀਂ ਇੰਸ਼ੋਰੈਂਸ ਦਾ ਪੁੱਛਿਆ, ਕੰਪਨੀ ਨੂੰ ਪਤਾ ਕੁਝ ਨਹੀਂਗਾ। ਸੋ ਬਹੁਤ ਇਹੋ ਜਿਹੀਆਂ ਕੰਪਲੇਂਟਾਂ ਜਿਹੜੀਆਂ ਅੱਜ ਦੀ ਤਰੀਕ ਦੇ ਵਿੱਚ ਆ ਰਹੀਆਂ ਜੀ। ਤੇ ਬਹੁਤ ਬਹੁਤ ਰਮਨ ਜੀ, ਥੈਂਕ ਯੂ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਇੱਥੇ ਜਿਹੜਾ ਆਪਾਂ ਅੱਜ ਦੇ ਪ੍ਰੋਗਰਾਮ ਉਸ ਨੂੰ ਸਮਾਪਤ ਕਰਦੇ ਹਾਂ। ਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ।